ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵੱਲੋਂ ਸਤਿਗੁਰੂ ਕਲਾਸਿਸ ਦੇ ਆਨਲਾਈਨ ਪਲੇਟਫਾਰਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਟੂਡੈਂਟਸ, ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਟੌਪ 95 ਕੁਐਸਚਨਸ ਇੰਡੀਅਨ ਪੋਲਿਟੀ ਦੇ ਜਿਹੜੇ ਉਹ ਡਿਸਕਸ ਕਰਾਉਂਗਾ। ਅਗਰ ਇਹ ਵੀਡੀਓ ਅੱਛੀ ਲੱਗੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਇਸ ਵੀਡੀਓ ਦੇ ਵਿੱਚ ਮੈਟਰ ਆਫ ਕੰਟੈਂਟ ਬਹੁਤ ਜ਼ਬਰਦਸਤ ਆ, ਆਪਾਂ ਫੁੱਲ ਐਕਸਪਲੇਨੇਸ਼ਨ ਦੇ ਨਾਲ ਚੱਲਾਂਗੇ। ਠੀਕ ਹੈ ਜੀ, ਤਾਂ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਹੈ, whose recommendation is mandatory to impeach the president of India from his house before the completion of his term। ਕਹਿੰਦਾ ਵੀ ਜਦੋਂ ਪ੍ਰੈਜ਼ੀਡੈਂਟ ਨੂੰ ਅਗਰ ਇੰਪੀਚ ਕਰਨਾ ਹੋਵੇ, ਇੰਪੀਚ ਮਤਲਬ ਰਿਮੂਵ ਕਰਨਾ ਹੋਵੇ, ਫਸਟ ਆਫ ਪ੍ਰੈਜ਼ੀਡੈਂਟ ਦੇ ਇੰਪੀਚਮੈਂਟ ਦਾ ਆਰਟੀਕਲ ਨੰਬਰ ਹੁੰਦਾ 61। ਉਹ ਕਹਿੰਦਾ ਅਗਰ ਤੁਸੀਂ ਪ੍ਰੈਜ਼ੀਡੈਂਟ ਨੂੰ ਇੰਪੀਚ ਕਰਨਾ ਤਾਂ ਕਿੰਦੀ ਰਿਕਮੈਂਡੇਸ਼ਨ ਮਸਟ ਹੈ, ਤਾਂ ਕਿੰਦੀ ਰਿਕਮੈਂਡੇਸ਼ਨ ਮਸਟ ਹੈ, ਦੋਨੋਂ ਹਾਊਸਿਸ ਦੀ। ਹੁਣ ਇੰਪੀਚਮੈਂਟ ਦਾ ਪ੍ਰੋਸੈਸ ਆਪਾਂ ਸਮਝ ਲਈਏ। ਜਦੋਂ ਵੀ ਪ੍ਰੈਜ਼ੀਡੈਂਟ ਨੂੰ ਇੰਪੀਚ ਕੀਤਾ ਜਾਂਦਾ ਤਾਂ ਟੋਟਲ ਪਹਿਲਾਂ ਪ੍ਰੈਜ਼ੀਡੈਂਟ ਦੇ ਜੋ ਆਰਟੀਕਲ ਹੈ 52 to 61 ਹੈ ਪ੍ਰੈਜ਼ੀਡੈਂਟ ਦਾ ਆਰਟੀਕਲ, ਜਿਹਦੇ ਵਿੱਚ ਸਿਰਫ 61 ਹੈ ਜਿਹੜਾ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਦੇ ਨਾਲ ਡੀਲ ਕਰਦਾ ਹੈ। ਠੀਕ ਹੈ, ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਦੇ ਨਾਲ ਡੀਲ ਕਰਦਾ ਹੈ। ਜਦੋਂ ਵੀ ਪ੍ਰੈਜ਼ੀਡੈਂਟ ਨੂੰ ਇੰਪੀਚ ਕਰਨਾ ਹੋਵੇ, ਮੰਨ ਲਓ ਲੈਟਸ ਸੇ ਕਿ ਪ੍ਰੈਜ਼ੀਡੈਂਟ ਨੂੰ ਇੰਪੀਚ ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਨੂੰ 14 ਦਿਨ ਪਹਿਲਾਂ ਇੱਕ ਨੋਟਿਸ ਸੈਂਡ ਕੀਤਾ ਜਾਂਦਾ ਹੈ, ਮਤਲਬ 14 ਡੇ ਪ੍ਰਾਇਰ ਨੋਟਿਸ ਸੈਂਡ ਕੀਤਾ ਜਾਂਦਾ ਹੈ। ਔਰ ਅਗਰ ਉਹਦੇ ਨੋਟਿਸ ਤੋਂ ਆਇਆ ਹੋਇਆ ਜਵਾਬ ਅਨਸੈਟਿਸਫੈਕਟਰੀ ਹੋਵੇ ਦੈਨ ਉਹਦੇ ਅਗੇਂਸਟ ਇੰਪੀਚਮੈਂਟ ਪ੍ਰੋਸੈਸ ਸ਼ੁਰੂ ਕੀਤਾ ਜਾਂਦਾ ਹੈ। ਤਾਂ ਕਿਵੇਂ ਕੀਤਾ ਜਾਂਦਾ ਹੈ? ਕਿਸੇ ਵੀ ਹਾਊਸ 'ਚ ਸ਼ੁਰੂ ਹੋ ਸਕਦਾ ਹੈ, ਵੀ ਉਹ ਲੋਕ ਸਭਾ 'ਚ ਵੀ ਸ਼ੁਰੂ ਹੋ ਸਕਦਾ ਹੈ ਔਰ ਰਾਜ ਸਭਾ 'ਚ ਵੀ ਸ਼ੁਰੂ ਹੋ ਸਕਦਾ ਹੈ ਇੰਪੀਚਮੈਂਟ ਪ੍ਰੋਸੈਸ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨ ਦਾ। ਜਦੋਂ ਇੰਪੀਚਮੈਂਟ ਪ੍ਰੋਸੈਸ ਸ਼ੁਰੂ ਕੀਤਾ ਜਾਂਦਾ ਤਾਂ 2/3 ਮੈਜੋਰਟੀ ਦੇ ਨਾਲ ਪਹਿਲੇ ਹਾਊਸ ਦੇ ਵਿੱਚ, 2/3 ਮੈਜੋਰਟੀ ਦੇ ਨਾਲ ਦੂਸਰੇ ਹਾਊਸ ਦੇ ਵਿੱਚ। ਮਤਲਬ ਕੀ ਹੈ ਕਿ ਇੱਥੇ ਮੰਨ ਲਓ ਮੈਂ ਲੋਕ ਸਭਾ ਲੈ ਲਾਂ ਔਰ ਇਸ ਜਗ੍ਹਾ 'ਤੇ ਮੈਂ ਰਾਜ ਸਭਾ ਲੈ ਲਾਂ, ਅਤੇ ਇੱਥੇ ਪੁਆਇੰਟ ਕੀ ਨਿਕਲ ਕੇ ਆਇਆ ਕਿ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਕੀ ਹੋਏਗਾ, ਫਿਰ ਇਸ ਤੋਂ ਬਾਅਦ ਇੰਪੀਚ ਹੋ ਜਾਏਗਾ, ਰਿਮੂਵ ਹੋ ਜਾਏਗਾ। ਤਾਂ ਰੋਲ ਕਿੰਨਾ ਸੀ ਸਭ ਤੋਂ ਜ਼ਿਆਦਾ? ਦੋਨੋਂ ਹਾਊਸਿਸ ਦਾ ਨਾ। ਦੈਟ ਇਜ਼ ਦਾ ਰੀਜ਼ਨ ਉਹਨੇ ਪੁੱਛਿਆ ਸੀ ਵੀ ਕਿੰਦੀ ਪ੍ਰਾਇਰ ਰਿਕਮੈਂਡੇਸ਼ਨ ਜ਼ਰੂਰੀ ਹੈ, ਤਾਂ ਕਿੰਦੀ ਰਿਕਮੈਂਡੇਸ਼ਨ ਜ਼ਰੂਰੀ ਹੈ? ਦੋਨੋਂ ਹਾਊਸਿਸ ਦੀ। ਹੁਣ ਇੱਥੇ ਦੋਨੋਂ ਹਾਊਸਿਸ ਦਾ ਮਤਲਬ ਕੀ ਹੋਏਗਾ? ਦੋਨੋਂ ਹਾਊਸਿਸ ਦਾ ਮਤਲਬ ਹੈ ਜੀ ਲੋਕ ਸਭਾ ਅਤੇ ਰਾਜ ਸਭਾ। ਠੀਕ ਹੈ, ਉਸ ਤੋਂ ਬਾਅਦ ਆਈ ਹੋਪ ਕਿ ਤੁਹਾਨੂੰ ਕੁਐਸਚਨ ਹੈ ਜਿਹੜਾ ਕਲੀਅਰ ਹੋ ਗਿਆ ਹੋਏਗਾ। ਔਰ ਜਦੋਂ ਵੀ ਨਿਊ ਪ੍ਰੈਜ਼ੀਡੈਂਟ ਆਏਗਾ ਉਹ ਆਪਦੇ ਕੰਪਲੀਟ 5 ਈਅਰ ਲਗਾਏਗਾ। ਠੀਕ ਹੈ, ਵੀ ਇਹ ਨਹੀਂ ਹੈਗਾ ਕਿ ਪੁਰਾਣਾ ਪ੍ਰੈਜ਼ੀਡੈਂਟ ਨੇ 2 ਸਾਲ ਲਗਾਏ ਆ ਅਤੇ ਨਵਾਂ 3 ਸਾਲ ਲਗਾਏਗਾ, ਐਵੇਂ ਨਹੀਂ ਹੈਗਾ। ਜਦੋਂ ਵੀ ਕੋਈ ਨਵਾਂ ਆਉਣਾ ਹੈ ਤਾਂ ਉਹਨੇ ਆਪਦੇ ਕੰਪਲੀਟ 5 ਸਾਲ ਲਗਾਉਣੇ ਆ। ਡਨ। ਉਸ ਤੋਂ ਬਾਅਦ ਦੇਖੋ, ਹਾਊ ਮੈਨੀ ਟਾਈਪਸ ਆਫ ਰਿਟ ਆਰ ਦੇਅਰ ਇਨ ਦਾ ਇੰਡੀਅਨ ਕੌਨਸਟੀਟਿਊਸ਼ਨ। ਤਾਂ ਭਾਰਤੀ ਕੌਨਸਟੀਟਿਊਸ਼ਨ ਦੇ ਵਿੱਚ ਰਿਟ ਸਿਸਟਮ ਦੀ ਆਪਾਂ ਗੱਲ ਕਰੀਏ ਤਾਂ 5 ਤਰ੍ਹਾਂ ਦੀ ਰਿਟ ਹੈ। ਠੀਕ ਹੈ ਜੀ, ਰਿਟ ਦੀ ਗੱਲ ਕਰੀਏ ਤਾਂ ਆਪਣੇ ਇੰਡੀਅਨ ਕੌਨਸਟੀਟਿਊਸ਼ਨ 'ਚ 5 ਤਰ੍ਹਾਂ ਦੀ ਰਿਟ ਹੈ। ਠੀਕ ਹੈ, ਉਸ ਤੋਂ ਬਾਅਦ ਪਾਰਟ 4 ਆਫ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਡੀਲ ਵਿਦ ਵਿਚ ਆਫ ਦਾ ਫੋਲੋਇੰਗ। ਪਾਰਟ 4 ਹੈ ਜਿਹੜਾ ਉਹ DPSP ਦੇ ਨਾਲ ਡੀਲ ਕਰਦਾ। ਯਾਦ ਕਰਨ ਦਾ ਸਿੰਪਲ ਜਿਹਾ ਤਰੀਕਾ ਦੇਖੋ, 4 ਵਰਡ ਹੈ ਨਾ, DPSP 4 ਹੀ ਵਰਡ ਹੈ, DPSP। ਤਾਂ ਪਾਰਟ ਵੀ ਕਿਹੜਾ? 4th ਹੈ। ਠੀਕ ਹੈ, ਨੈਕਸਟ ਕੁਐਸਚਨ ਵੱਲ ਆਪਾਂ ਮੂਵ ਕਰਦੇ ਹਾਂ। ਹਾਊ ਮੈਨੀ ਫੰਡਾਮੈਂਟਲ ਡਿਊਟੀਜ਼ ਆਰ ਮੈਂਸ਼ਨ ਇਨ ਦਾ ਇੰਡੀਅਨ ਕੌਨਸਟੀਟਿਊਸ਼ਨ। ਕਹਿੰਦਾ ਵੀ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਕਿੰਨੀਆਂ ਫੰਡਾਮੈਂਟਲ ਡਿਊਟੀਜ਼ ਹੈ ਜਿਹੜੀਆਂ ਉਹ ਮੈਂਸ਼ਨ ਕੀਤੀਆਂ ਗਈਆਂ। ਤਾਂ ਓਰੀਜਨਲੀ ਜਿਹੜੀਆਂ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ 11 ਫੰਡਾਮੈਂਟਲ ਡਿਊਟੀਜ਼ ਮੈਂਸ਼ਨ ਕੀਤੀਆਂ ਹੋਈਆਂ। ਇਹਦੇ ਬਾਰੇ ਆਪਾਂ ਥੋੜ੍ਹਾ ਜਿਹਾ ਸਮਝ ਲਈਏ। ਦੇਖੋ, ਇਹਨੂੰ ਨਾ ਤੁਸੀਂ ਐਵੇਂ ਯਾਦ ਰੱਖਣਾ ਹੈ, 10 + 1 ਜਿਹੜੀ 11th ਫੰਡਾਮੈਂਟਲ ਡਿਊਟੀ ਹੈ, 11th ਫੰਡਾਮੈਂਟਲ ਡਿਊਟੀ ਹੈ ਜਿਹੜੀ ਉਹ 86th ਅਮੈਂਡਮੈਂਟ ਨੂੰ ਐਡ ਕੀਤੀ ਗਈ ਸੀ। ਜਿਹੜੀਆਂ 10 ਫੰਡਾਮੈਂਟਲ ਡਿਊਟੀਜ਼ ਹੈ ਉਹ 1976 ਦੇ ਵਿੱਚ ਐਡ ਕਰ ਦਿੱਤੀਆਂ ਗਈਆਂ ਸੀ। ਕਦੋਂ? 42nd ਅਮੈਂਡਮੈਂਟ ਦੇ ਵਿੱਚ। ਠੀਕ ਹੈ, ਤਾਂ 11th ਫੰਡਾਮੈਂਟਲ ਡਿਊਟੀ ਆਪਾਂ ਨੂੰ ਕਹਿੰਦੀ ਕੀ ਹੈ ਕਿ ਜਿਹੜਾ 6 ਤੋਂ 14 ਸਾਲ ਤੱਕ ਦੇ ਬੱਚੇ ਦੀ ਕੀ ਹੈ ਜ਼ਰੂਰੀ? ਕੰਪਲਸਰੀ ਐਜੂਕੇਸ਼ਨ ਜ਼ਰੂਰੀ ਹੈ। ਕੀ ਜ਼ਰੂਰੀ ਹੈ? ਕੰਪਲਸਰੀ ਐਜੂਕੇਸ਼ਨ ਜ਼ਰੂਰੀ ਹੈ। ਠੀਕ ਹੈ, ਪਲੱਸ 6 ਸਾਲ ਤੱਕ ਦੇ ਬੱਚੇ ਦੀ ਕੇਅਰ ਜ਼ਰੂਰੀ ਹੈ। ਤਾਂ ਆਪਾਂ ਨੂੰ ਪੁਆਇੰਟ ਕੀ ਆਇਆ ਸੀ ਕਿ ਕਿੰਨੀਆਂ ਫੰਡਾਮੈਂਟਲ ਡਿਊਟੀ ਹੈ, ਤਾਂ ਆਪਣਾ ਆਨਸਰ ਆਏਗਾ ਕਿ 11 ਫੰਡਾਮੈਂਟਲ ਡਿਊਟੀ ਹੈ। ਠੀਕ ਹੈ, ਉਸ ਤੋਂ ਬਾਅਦ ਵਾਟ ਇਜ਼ ਦਾ ਲਿਟਰਲ ਮੀਨਿੰਗ ਆਫ ਦਾ ਟਰਮ ਕਿਊ ਵਾਰੰਟੋ। ਦੇਖੋ, ਜਿਵੇਂ ਆਪਾਂ ਰਿਟ ਦੀ ਗੱਲ ਕੀਤੀ ਸੀ ਤਾਂ 5 ਟਾਈਮ ਦੀਆਂ ਜਿਹੜੀਆਂ ਰਿਟ ਹੈ ਉਹਨਾਂ ਦੇ ਵਿੱਚੋਂ ਇੱਕ ਰਿਟ ਹੈ ਕਿਊ ਵਾਰੰਟੋ। ਠੀਕ ਹੈ, ਤਾਂ ਕੁਐਸਚਨ ਨੇ ਪੁੱਛਿਆ ਹੋਇਆ ਉਹਦਾ ਮੀਨਿੰਗ ਕੀ ਹੈ, ਤਾਂ ਉਸ ਦਾ ਜਿਹੜਾ ਮੀਨਿੰਗ ਹੈ ਉਸ ਦਾ ਮੀਨਿੰਗ ਹੈ ਵੀ ਕਮਾਂਡ, ਕਿਊ ਵਾਰੰਟੋ ਦਾ। ਨੈਕਸਟ ਕੁਐਸਚਨ ਹੈ ਜੀ 6th। ਇਨ ਇੰਡੀਅਨ ਕੌਨਸਟੀਟਿਊਸ਼ਨ ਦਾ ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਹੈਜ਼ ਬੀਨ ਟੇਕਨ ਫਰੋਮ ਵਿਚ ਆਫ ਦਾ ਕੰਟਰੀ। ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਜਿਹੜਾ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਦਾ ਮੈਥਡ ਹੈ, ਜਿਹੜਾ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦਾ ਮੈਥਡ ਹੈ ਜਿਹੜਾ ਉਹ ਕਿੱਥੋਂ ਲਿਆ ਗਿਆ? ਤਾਂ ਆਪਾਂ ਉਸ ਚੀਜ਼ ਨੂੰ ਆਪਾਂ ਆਇਰਲੈਂਡ ਤੋਂ ਅਡੋਪਟ ਕੀਤਾ ਹੈ, ਇਲੈਕਸ਼ਨ ਆਫ ਪ੍ਰੈਜ਼ੀਡੈਂਟ। ਹੁਣ ਇੱਕ ਚੀਜ਼ ਸਮਝ ਲਓ ਵੀ ਜਿਹੜਾ ਪ੍ਰੈਜ਼ੀਡੈਂਟ ਉਹਦੇ ਇਲੈਕਸ਼ਨ ਹੁੰਦੇ ਕੀ ਹੈ। ਦੇਖੋ,
ਜਦੋਂ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੋਣਗੇ ਤਾਂ ਕੌਣ ਪਾਰਟੀਸਪੇਟ ਕਰੇਗਾ? ਫਸਟ ਆਫ ਆਲ ਪਾਰਲੀਮੈਂਟ ਦੇ ਮੈਂਬਰ ਪਾਰਟੀਸਪੇਟ ਕਰਨਗੇ, ਸੈਕਿੰਡ ਹੈ ਸਟੇਟਸ ਦੇ ਮੈਂਬਰ ਪਾਰਟੀਸਪੇਟ ਕਰਨਗੇ, ਔਰ ਥਰਡ ਹੈ ਯੂਟੀ ਦੇ ਮੈਂਬਰ ਪਾਰਟੀਸਪੇਟ ਕਰਨਗੇ। ਹੁਣ ਗੱਲ ਹੀ ਪਾਰਲੀਮੈਂਟ ਦੇ ਕਿਹੜੇ ਮੈਂਬਰ ਪਾਰਟੀਸਪੇਟ ਕਰਨਗੇ, ਤਾਂ ਇਹ ਇਲੈਕਟਿਡ ਮੈਂਬਰ ਪਾਰਟੀਸਪੇਟ ਕਰਨਗੇ। ਕਿਹੜੇ ਪਾਰਟੀਸਪੇਟ ਕਰਨਗੇ? ਆਪਣਾ ਆਨਸਰ ਆਏਗਾ ਸਰ ਇਹ ਇਲੈਕਟਿਡ ਮੈਂਬਰ ਪਾਰਟੀਸਪੇਟ ਕਰਨਗੇ। ਯੂਟੀ ਦੇ ਕਿਹੜੇ ਕਰਨਗੇ? ਯੂਟੀ ਦੇ ਮੈਂਬਰਸ ਨੂੰ ਆਪਾਂ MLA ਵੀ ਕਹਿ ਦਿੰਦੇ ਹਾਂ, ਔਰ ਇਹ ਵੀ ਕਿਹੜੇ ਪਾਰਟੀਸਪੇਟ ਕਰਨਗੇ? ਇਹ ਇਲੈਕਟਿਡ ਪਾਰਟੀਸਪੇਟ ਕਰਨਗੇ। ਠੀਕ ਹੈ, ਇਲੈਕਟਿਡ। ਔਰ ਸਟੇਟ ਦੇ ਸੋਰੀ ਜੇ ਆਪਾਂ ਯੂਟੀ ਦੀ ਗੱਲ ਕਰੀਏ ਤਾਂ ਯੂਟੀ ਦੇ ਵੀ ਇਲੈਕਟਿਡ ਹੀ ਹੋਣਗੇ, ਸਿਰਫ 2 ਹੀ ਯੂਟੀਜ਼ ਦੇ ਹੋਣਗੇ। ਕਿਹੜੀਆਂ ਯੂਟੀ ਦੇ? ਇੱਕ ਤਾਂ ਦਿੱਲੀ ਹੋਏਗੀ ਪਲੱਸ ਇੱਕ ਪੁਡੂਚੇਰੀ ਹੋਏਗੀ ਜਾਂ ਪੁੰਡੂਚੇਰੀ ਹੋਏਗੀ। ਇਸ ਤੋਂ ਇਲਾਵਾ ਕੋਈ ਵੀ ਯੂਟੀ ਹੋਰ ਨਹੀਂ ਹੋਏਗੀ। ਮਤਲਬ ਜਦੋਂ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੋਣਾ ਤਾਂ ਸਿਰਫ ਇਹਨਾਂ ਨੇ ਹੀ ਪਾਰਟੀਸਪੇਟ ਕਰਨਾ ਹੈ, ਇਲੈਕਟਿਡ ਮੈਂਬਰਸ ਨੇ। ਠੀਕ ਹੈ, ਨੈਕਸਟ ਹੈ ਜੀ ਕੁਐਸਚਨ ਨੰਬਰ 7, ਹੂ ਅਮੰਗ ਦਾ ਫੋਲੋਇੰਗ ਗੇਵ ਮੋਨਿਸਟਿਕ ਥਿਊਰੀ ਆਫ ਸੋਵਰੇਨਿਟੀ। ਇਹ ਜਿਹੜੀ ਥਿਊਰੀ ਹੈ ਕਹਿੰਦਾ ਕਿਸ ਨੇ ਦਿੱਤੀ ਹੈ? ਤਾਂ ਇਹ ਜਸਟ ਯਾਦ ਹੀ ਕਰਨ ਵਾਲਾ ਕੁਐਸਚਨ ਹੈ, ਇਹ ਔਸਟਿਨ ਨੇ ਥਿਊਰੀ ਦਿੱਤੀ ਹੈ। ਠੀਕ ਹੈ, ਉਸ ਤੋਂ ਬਾਅਦ ਹੂ ਐਡਮਿਨਿਸਟ੍ਰੇਟ ਦਾ ਓਥ ਆਫ ਪ੍ਰੈਜ਼ੀਡੈਂਟ ਆਫ ਇੰਡੀਆ। ਪ੍ਰੈਜ਼ੀਡੈਂਟ ਦੀ ਜਿਹੜੀ ਓਥ ਹੈ ਉਹ ਕੌਣ ਐਡਮਿਨਿਸਟ੍ਰੇਟ ਕਰਦਾ, ਜਾਂ ਇਹਨੂੰ ਆਪਾਂ ਕਈ ਵਾਰੀ ਐਵੇਂ ਵੀ ਕਹਿ ਦਿੰਦੇ ਹਾਂ ਵੀ ਪ੍ਰੈਜ਼ੀਡੈਂਟ ਨੂੰ ਸਹੁੰ ਕੌਣ ਚੁਕਾਉਂਦਾ। ਅਤੇ ਜਦੋਂ ਵੀ ਕੁਐਸਚਨ ਪੁੱਛਿਆ ਜਾਵੇ ਕਿ ਪ੍ਰੈਜ਼ੀਡੈਂਟ ਨੂੰ ਸਹੁੰ ਕੌਣ ਚੁਕਾਉਂਦਾ, ਤਾਂ ਤੁਹਾਡਾ ਆਨਸਰ ਆਏਗਾ ਚੀਫ ਜਸਟਿਸ ਆਫ ਇੰਡੀਆ ਚੁਕਾਉਂਦਾ। ਠੀਕ ਹੈ, CGI ਹੈ ਜਿਹੜਾ। ਅਤੇ ਜੇ ਪੁੱਛਿਆ ਜਾਵੇ CGI ਨੂੰ ਸਹੁੰ ਕੌਣ ਚੁਕਾਉਂਦਾ, ਤਾਂ ਤੁਹਾਡਾ ਆਨਸਰ ਆਉਣਾ ਚਾਹੀਦਾ ਕਿ CGI ਨੂੰ ਜਿਹੜੀ ਸਹੁੰ ਹੈ ਉਹ ਪ੍ਰੈਜ਼ੀਡੈਂਟ ਦੇ ਦੁਆਰਾ ਚੁਕਾਈ ਜਾਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਹੂ ਅਮੰਗ ਦਾ ਫੋਲੋਇੰਗ ਇਜ਼ ਦਾ ਐਗਜ਼ੀਕਿਊਟਿਵ ਹੈੱਡ ਆਫ ਇੰਡੀਆ। ਅਗਰ ਕੁਐਸਚਨ ਐਵੇਂ ਆਵੇ ਵੀ ਐਗਜ਼ੀਕਿਊਟਿਵ ਹੈੱਡ ਆਫ ਇੰਡੀਆ ਕੌਣ ਹੈ, ਤਾਂ ਆਪਣਾ ਆਨਸਰ ਆਏਗਾ ਪ੍ਰੈਜ਼ੀਡੈਂਟ ਐਗਜ਼ੀਕਿਊਟਿਵ ਹੈੱਡ ਆਫ ਇੰਡੀਆ। ਅਗਰ ਕੁਐਸਚਨ ਪੁੱਛਿਆ ਜਾਵੇ ਕਿ ਹੈੱਡ ਆਫ ਗਵਰਨਮੈਂਟ ਕੌਣ ਹੈ, ਤਾਂ ਤੁਸੀਂ ਆਨਸਰ ਦਿਓਗੇ PM। ਠੀਕ ਹੈ, ਅਗਰ ਪੁੱਛਿਆ ਜਾਵੇ ਹੈੱਡ ਆਫ ਗਵਰਨਮੈਂਟ ਮਤਲਬ ਜਿਹੜੀ ਸਰਕਾਰ ਹੈ ਉਹਨੂੰ ਰੀਪ੍ਰਜੈਂਟ ਕੌਣ ਕਰ ਰਿਹਾ, ਤਾਂ PM ਹੀ ਰੀਪ੍ਰਜੈਂਟ ਕਰ ਰਿਹਾ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 10, ਵਿਚ ਆਫ ਦਾ ਫੋਲੋਇੰਗ ਆਰ ਦਾ ਕੌਂਸਟੀਟਿਊਐਂਟਸ ਆਫ ਇੰਡੀਅਨ ਪਾਰਲੀਮੈਂਟ। ਵੀ ਇੰਡੀਅਨ ਪਾਰਲੀਮੈਂਟ ਹੈ ਜਿਹੜੀ ਉਹ ਕਿਵੇਂ ਬਣੀ ਹੈ। ਠੀਕ ਹੈ, ਕੁਐਸਚਨ ਹੈ ਜਿਹੜਾ ਵਿਚ ਆਫ ਦਾ ਫੋਲੋਇੰਗ ਆਰ ਕੌਂਸਟੀਟਿਊਟਸ ਆਫ ਇੰਡੀਅਨ ਪਾਰਲੀਮੈਂਟ। ਵੀ ਇੰਡੀਅਨ ਪਾਰਲੀਮੈਂਟ ਦਾ ਤੁਸੀਂ ਸਟਰਕਚਰ ਐਕਸਪਲੇਨ ਕਰਨਾ। ਪਹਿਲੇ ਨੰਬਰ 'ਤੇ ਆਪਸ਼ਨ ਦੇਖ ਲਓ, ਫਸਟ ਹੈ ਪ੍ਰੈਜ਼ੀਡੈਂਟ, ਸੈਕਿੰਡ ਹੈ ਹਾਊਸ ਕੌਂਸਲ ਆਫ ਸਟੇਟ ਮਤਲਬ ਰਾਜ ਸਭਾ, ਨੈਕਸਟ ਹੈ ਹਾਊਸ ਆਫ ਪੀਪਲ ਮਤਲਬ ਲੋਕ ਸਭਾ। ਹੁਣ ਦੇਖੋ ਆਪਸ਼ਨ ਨੰਬਰ 2 ਅਤੇ 3 ਠੀਕ ਹੈ ਕਿ 1 2 3 ਠੀਕ ਹੈ। ਤਾਂ ਜਦੋਂ ਵੀ ਕੁਐਸਚਨ ਆਇਆ ਹੋਵੇ ਵੀ ਪਾਰਲੀਮੈਂਟ ਦਾ ਸਟਰਕਚਰ ਕੀ ਹੈ, ਤਾਂ ਕਾਮਨ ਜੀ ਗੱਲ ਹੈ ਪਾਰਲੀਮੈਂਟ ਦੇ ਵਿੱਚ ਸਭ ਤੋਂ ਉੱਤੇ ਹਮੇਸ਼ਾ ਪ੍ਰੈਜ਼ੀਡੈਂਟ ਨੂੰ ਰੱਖਿਆ ਜਾਂਦਾ ਹੈ, ਔਰ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਤੋਂ ਬਾਅਦ ਲੋਕ ਸਭਾ ਔਰ ਰਾਜ ਸਭਾ ਨੂੰ ਰੱਖਿਆ ਜਾਂਦਾ ਹੈ। ਠੀਕ ਹੈ, ਲੋਕ ਸਭਾ ਪਲੱਸ ਰਾਜ ਸਭਾ ਨੂੰ ਰੱਖਿਆ ਜਾਂਦਾ ਹੈ। ਮਤਲਬ ਕੀ ਹੈ ਕਿ ਕੋਈ ਵੀ ਬਿੱਲ ਹੈ ਜਿਹੜਾ ਪਹਿਲਾਂ ਲੋਕ ਸਭਾ 'ਚ ਜਾਂਦਾ, ਫਿਰ ਰਾਜ ਸਭਾ ਜਾਂਦਾ, ਦੈਨ ਪ੍ਰੈਜ਼ੀਡੈਂਟ ਦੇ ਉਹਦੇ ਸਾਈਨ ਹੋ ਜਾਂਦੇ ਆ। ਤਾਂ ਆਪਸ਼ਨ ਨੰਬਰ D ਬਣ ਗਈ, ਮਤਲਬ ਪ੍ਰੈਜ਼ੀਡੈਂਟ ਵੀ ਆ ਗਿਆ, ਲੋਕ ਸਭਾ ਵੀ ਆ ਗਈ, ਰਾਜ ਸਭਾ ਵੀ ਆ ਗਈ। ਡਨ। ਉਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਵਿਚ ਆਫ ਦਾ ਫੋਲੋਇੰਗ ਹੈ ਦਾ ਸੁਪਰੀਮ ਕਮਾਂਡ ਆਫ ਇੰਡੀਅਨ ਏਅਰ ਫੋਰਸਿਸ। ਵੀ ਜਿਹੜੀ ਪੂਰੀ ਇੰਡੀਅਨ ਏਅਰ ਫੋਰਸ ਹੈ ਉਹਦੇ ਉੱਤੇ ਸੁਪਰੀਮ ਕਮਾਂਡ ਕਿਹਦੀ ਹੈ, ਤਾਂ ਆਪਾਂ ਕਹਾਂਗੇ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਸੁਪਰੀਮ ਕਮਾਂਡ ਹੈ। ਸਿੰਪਲ ਜੀ ਗੱਲ ਹੈ, ਆਪਾਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਵੀ ਪ੍ਰੈਜ਼ੀਡੈਂਟ ਹੈ ਜਿਹੜੀਆਂ ਉਹ ਸਾਰੀਆਂ ਫੌਜਾਂ ਦਾ ਮੁਖੀ ਹੁੰਦਾ। ਬੜਾ ਕਾਮਨ ਜਿਹਾ ਕੁਐਸਚਨ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਠੀਕ ਹੈ, ਨੈਕਸਟ ਹੈ ਜੀ ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 12, ਐਂਟੀ ਡਿਫੈਕਸ਼ਨ ਲਾ ਇਜ਼ ਗਿਵਨ ਇਨ ਵਿਚ ਸ਼ਡਿਊਲ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ। ਵੀ ਐਂਟੀ ਡਿਫੈਕਸ਼ਨ ਲਾ ਹੈ ਜਿਹੜਾ ਉਹ ਕਿਹੜੇ ਸ਼ਡਿਊਲ ਦੇ ਵਿੱਚ ਦਿੱਤਾ ਗਿਆ। ਹੁਣ ਮੈਂ ਨਾ ਤੁਹਾਨੂੰ ਪਹਿਲੇ ਨੰਬਰ 'ਤੇ ਸ਼ਡਿਊਲ ਕਲੀਅਰ ਕਰਦਾ, ਵਿਦ ਟ੍ਰਿਕ ਦੱਸਦਾ, ਤੁਹਾਨੂੰ ਹਮੇਸ਼ਾ ਲਈ ਯਾਦ ਰਹਿ ਜਾਣਗੇ। ਟ੍ਰਿਕ ਹੈ ਜਿਹੜਾ TEARS ਟੀਅਰਸ, ਉਸ ਤੋਂ ਬਾਅਦ ਹੈ OF ਓਫ, ਠੀਕ ਹੈ, ਉਸ ਤੋਂ ਬਾਅਦ OLD ਓਲਡ, ਔਰ ਲਾਸਟ 'ਤੇ ਹੈ PM। ਇਹਨੂੰ ਤੁਸੀਂ ਐਂ ਬੋਲਣਾ ਹੁੰਦਾ ਟੀਅਰਸ ਆਫ ਓਲਡ PM। ਠੀਕ ਹੈ, ਹੁਣ ਆ ਜਿਹੜਾ T ਹੈ ਇਹ ਫਸਟ ਹੈ, ਇਹਦੀ ਆਪਾਂ ਐਕਸਪਲੇਨੇਸ਼ਨ ਕਰਾਂਗੇ ਅੱਗੋਂ, ਹੋਰ ਵੀ ਕੁਐਸਚਨ ਆਉਣਗੇ 2 3 4, ਫਿਰ ਉਸ ਤੋਂ ਬਾਅਦ S 'ਤੇ ਆ ਗਿਆ, ਇੱਥੇ 5 ਆ ਗਿਆ, ਦੈਨ O 'ਤੇ 6 ਆ ਗਿਆ। ਠੀਕ ਹੈ, ਉਸ ਤੋਂ ਬਾਅਦ F 'ਤੇ 7 ਆ ਗਿਆ, ਦੈਨ 8 ਆ ਗਿਆ, ਦੈਨ 9 ਆ ਗਿਆ, ਔਰ 10ਵੇਂ ਨੰਬਰ 'ਤੇ ਹੈ ਨਾ ਜਿਹੜਾ 10th ਸ਼ਡਿਊਲ ਹੈ ਜਿਹੜਾ ਇਹ ਕਿਹੜਾ, ਇਹ ਹੈ ਐਂਟੀ ਡਿਫੈਕਸ਼ਨ ਲਾ। ਕਿਹੜਾ ਸ਼ਡਿਊਲ ਹੈ? 10th ਸ਼ਡਿਊਲ ਹੈ, ਮਤਲਬ ਆਪਸ਼ਨ ਨੰਬਰ B ਹੈ ਜਿਹੜਾ ਉਹ ਹੈ ਐਂਟੀ ਡਿਫੈਕਸ਼ਨ ਲਾ। ਠੀਕ ਹੈ, ਇਹ ਟ੍ਰਿਕ ਹੈ ਜਿਹੜੀ 12 ਦੇ 12 ਸ਼ਡਿਊਲ ਯਾਦ ਕਰਨ ਦੀ, ਕਿਉਂਕਿ ਆਪਣੇ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਟੋਟਲ 12 ਸ਼ਡਿਊਲ ਹੈ, ਜਿਨ੍ਹਾਂ ਦੇ ਵਿੱਚੋਂ ਪਹਿਲਾਂ 8 ਸੀ, ਔਰ ਉਸ ਤੋਂ ਬਾਅਦ ਜਿਹੜਾ L ਤੋਂ ਲੈ ਕੇ ਜਿਹੜਾ LD PM ਦੇਖੋ ਜਿਹੜੇ ਉਹ ਬਾਅਦ 'ਚੋਂ ਐਡ ਕੀਤੀ ਗਈ ਹੈ। ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹ ਵੀ ਦੱਸ ਦਿੰਦਾ ਵੀ ਜਿਹੜਾ 9th ਸ਼ਡਿਊਲ ਹੈ ਜਿਸ ਦਾ ਨਾਮ ਲੈਂਡ ਰਿਫੋਰਮ ਹੈ। ਠੀਕ ਹੈ, ਲੈਂਡ ਰਿਫੋਰਮ ਹੈ ਜਿਹੜਾ ਇਹ 1951 ਦੇ ਵਿੱਚ ਐਡ ਕੀਤਾ ਗਿਆ ਸੀ। ਔਰ ਜਿਹੜਾ ਲੈਂਡ ਰਿਫੋਰਮ ਹੈ, ਕਈ ਵਾਰੀ ਐਵੇਂ ਕੁਐਸਚਨ ਆ ਜਾਂਦਾ ਹੁੰਦਾ ਵੀ 9th ਸ਼ਡਿਊਲ ਕਦੋਂ ਐਡ ਕੀਤਾ ਗਿਆ, ਤਾਂ 1951 ਦੇ ਵਿੱਚ ਐਡ ਕੀਤਾ ਗਿਆ।
क्योंकि जिस टाइम ते अपना इंडियन कॉन्स्टिट्यूशन बन के तैयार होया ना स्टूडेंट्स, तो उस टाइम ते ना अपने को सिर्फ ओरिजिनली है जिहड़े 8 शेड्यूल सी, लेकिन जिहड़े बाद दे विच है 2 शेड्यूल है जिहड़े वो बाद दे विच सॉरी 4 शेड्यूल है जिहड़े वो बाद च ऐड किए गए। ठीक है, तो आई होप कि तुहानूं इन्नी एक्सप्लेनेशन नाल फुल सैटिस्फैक्शन हो गई होएगी। जो इन्हां दी कंप्लीट डिटेल है भी किहड़ा शेड्यूल किस चीज़ दे नाल डील करदा है, आपां इहनूं फरदर भी करांगे क्योंकि इहदे नाल दे होर भी क्वेश्चन होणगे। नैक्सट है अगेन रिट, तो जिवें मैं तुहानूं कहा सी भी देर आर 5 टाइप्स ऑफ रिट, उहदे चों आपां एक दी डिस्कशन कर चुके हैं। अगेन रिट ते क्वेश्चन आ गया, वट इज़ द लिटरल मीनिंग ऑफ वर्ड सर्चरी। हाँ जी, जिहड़ा सर्चरी है इहदा लिटरल मीनिंग है जिहड़ा वो की है, इहदा मीनिंग है जी टू बी सर्टिफाइड और टू बी इनफॉर्म्ड। इन्हां डायरैक्ट एग्जामिनर क्वेश्चन पुछदा हुंदा भी इन्हां दा मीनिंग की है। ठीक है, हू अपॉइंट द गवर्नर ऑफ स्टेट इन इंडिया, अगर गल पूछी जाए कि स्टेट का गवर्नर नूं कौन अपॉइंट करता है, तो देखो PM तो करेगा नहीं, ना PM करेगा तो ना उनकी कौंसल ऑफ मिनिस्टर करेगा, ना जज ऑफ सुप्रीम कोर्ट करेगा, तो बच्चा कौन, प्रेजिडेंट ऑफ इंडिया। ठीक है, तो गवर्नर नूं अपॉइंट कौन करता है, प्रेजिडेंट ऑफ इंडिया। ठीक है, गवर्नर के बारे एक इंपोर्टेंट पॉइंट तुहानूं मैं दस देना, एक गल कही जाती है कि कदे भी सेम स्टेट का जिहड़ा सेम स्टेट का सेम गवर्नर नहीं होंदा। फॉर एग्जाम्पल पंजाब का गवर्नर है ना, तो कदे भी पंजाब का नहीं होएगा, किसी अदर स्टेट का ही होएगा, मतलब पंजाब का गवर्नर पंजाब का नहीं होएगा। ठीक है, सैकेंड चीज़ ये है भी एक अपनी इंडियन कॉन्स्टिट्यूशन के एक अमेंडमेंट हुई सी, अमेंडमेंट का नाम सीगा इहनूं आपां कह दिंदे आ 7th अमेंडमेंट 1986 नहीं 7th अमेंडमेंट 1956 सॉरी 7th अमेंडमेंट 1956। इस अमेंडमेंट के अकॉर्डिंग की है बई कोई भी 2 स्टेट है उन्हों का एक कॉमन गवर्नर हो सकता है। तो पॉइंट तुसीं याद रखना है भी कोई भी 2 स्टेट है उन्हों का एक कॉमन गवर्नर है जिहड़ा वो हो सकता है। ठीक है जी, उस तो बाद आप अगे नैक्सट चलते हैं, नैक्सट स्लाइड क्वेश्चन वाल मूव करते हैं कि इत्थे इस क्वेश्चन का आंसर आना सी कि गवर्नर नूं कौन अपॉइंट करता, तो अपना आंसर आएगा प्रेजिडेंट ऑफ इंडिया अपॉइंट करता। ठीक है, उस तो बाद गल आ गई नैशनल एमरजेंसी की। देखो जी देश के नैशनल एमरजेंसी लगती है वो क्वेश्चन ने पूछा भी किहड़े नंबर आर्टिकल के अंडर लगती है, तो अपना आंसर आएगा 352 नंबर आर्टिकल। टोटल एमरजेंसी के 3 आर्टिकल होंगे है 352, 356 तो 360, नैशनल, स्टेट तो फाइनैंशियल। हुण उन्हें पूछा सी कि नैशनल एमरजेंसी किहड़े आर्टिकल के नंबर अंडर आएगी, तो तुहाडा आंसर आ जाएगा 352 नंबर आर्टिकल दे। नैक्सट क्वेश्चन देखो, विच ऑफ द फॉलोइंग इज नॉट ए मैंबर ऑफ एनी ऑफ हाउस ऑफ कंट्री, भी इन्हां दे विचों किहड़ा जिहड़ा मैंबर नहीं हुंदा। ठीक है, तो जिहड़ा प्रेजिडेंट है वो किसी भी हाउस का जिहड़ा मैंबर नहीं हुंदा, आपां नूं पता ही है प्रेजिडेंट है जिहड़ा किसी भी हाउस का मैंबर नहीं हुंदा। नैक्सट है फंडामेंटल ड्यूटी आर मैंशनड इन विच ऑफ द फॉलोइंग, भी जिहड़ियां फंडामेंटल ड्यूटीज है वो किहड़े पार्ट दे विच मैंशन है, बड़ा कॉमन क्वेश्चन है। और ये जिहड़ा क्वेश्चन है सारे जिहड़े पंजाब दे लास्ट ईयर दे विच आए हुए आ, तुसीं चंगी तरह इन्हां नूं याद करना, अगर नोट कर सकते हो तो कॉपी पेन लैके नोट भी कर लियो, तो पार्ट 4 दे ए दे अंडर आएगा। देखो नैक्सट क्वेश्चन है गवर्नर बनने के लिए मिनीमम एज कितनी चाहिए है, 18 नंबर क्वेश्चन के, तो गवर्नर बनने के लिए मिनीमम एज है जी वो 35 साल के चाहिए है। ठीक है, हुण एक होर गल है, मैं इत्थे एक होर चीज़ तुहानूं क्लीयर कर देना, अगर क्वेश्चन आ जाए प्रेजिडेंट बनने के लिए उम्र कितनी चाहिए है, तो 35 साल, वाइस प्रेजिडेंट बनने के लिए उम्र कितनी चाहिए है, 35 साल, गवर्नर बनने के लिए उम्र कितनी चाहिए है, 35 साल। ठीक है, ये तिन्ने तुसीं याद रख सकते हो। ठीक है, उस तो बाद वो कहता भी प्रेजिडेंट किस आर्टिकल के अंडर जी फाइनैंशियल एमरजेंसी डिक्लेयर कर सकता है, तो तुसीं मैनूं आंसर दे सकते हो नाल ग्रुप दे नीचे कमेंट बॉक्स के विच। तो जिहड़ा प्रेजिडेंट दे लई प्रेजिडेंट है जिहड़ा उहदे लई एक आर्टिकल रिजर्व है जिंदे अंडर वो फाइनैंशियल एमरजेंसी डिक्लेयर कर सकता है, तो वो आर्टिकल है 360। ठीक है, देखो तीन आपां गल कीती सी, 3 तरह की एमरजेंसी है, नैशनल, स्टेट का 356 और फाइनैंशियल का 360। तो हुणी आप गल करके हटे हाँ, नैशनल आ जाए तो 352 है, स्टेट आ जाए तो 356 है, फाइनैंशियल आ गई तो 360 है। नैक्सट, अंडर विच ऑफ द फॉलोइंग आर्टिकल प्रेजिडेंट ऑफ इंडिया प्रोक्लेम द कॉन्स्टिट्यूशनल एमरजेंसी, अगर क्वेश्चन आ जाए भी कॉन्स्टिट्यूशनल एमरजेंसी किस आर्टिकल के अंडर है जी वो हो सकती है, तो फिर भी तुसीं की कहोगे, तो कॉन्स्टिट्यूशनल एमरजेंसी है वो 356 नंबर आर्टिकल के अंडर आएगी। ठीक है,
नैक्सट है हाउ मैनी मैंबरस ऑफ अपर हाउस मतलब राज्य सभा, लोअर हाउस मतलब लोक सभा। अगर क्वेश्चन आ जाए कि राज्य सभा का मैंबर बनने के लिए एज कितनी चाहिए तो तुम आंसर दोगे 30 साल। तो क्वेश्चन की है हाउ मैनी मैंबरस ऑफ अपर हाउस कैन बी नोमीनेटेड बाय द प्रेजिडेंट। तो अपना आंसर आएगा कि 12 मैंबर है जोड़े प्रेजिडेंट नोमीनेट करता है। जोड़े 12 मैंबर होंगे है ना ये आपदे फील्ड एक्सपर्ट होंगे, एक तुम ये भी गल याद रखनी है, ठीक है। हुण क्वेश्चन पूछा गया भी अगला 22 नंबर क्वेश्चन मिनी कॉन्स्टिट्यूशन किस नूं कहा जाता है। तो 42 नंबर अमेंडमेंट नूं है जिहड़ा वो मिनी कॉन्स्टिट्यूशन कहा जाता है। एक गल ध्यान नाल समझो, जदों 42 नंबर अमेंडमेंट हुई है वो हुई कदों है, वो अमेंडमेंट हुई है 1976 दे विच, ठीक है 1976 दे विच हुई है। इस अमेंडमेंट दे विच है जिहड़ा काफ़ी सारियां चेंजिज आईयां सी। फॉर एग्जाम्पल हुणे आपां कीता भी जिहड़ियां 10 फंडामेंटल ड्यूटीज़ है वो भी इस अमेंडमेंट दे विच आईयां। तो क्वेश्चन ये बनता है कि इस नूं मिनी कॉन्स्टिट्यूशन इसे गल करके कहा जाता है क्योंकि इहदे च चेंजिज बहुत ज़्यादा आईयां सी, ठीक है बहुत ज़्यादा अमेंडमेंट होईयां सी। तां इस करके इस नूं की कह दिता जाता है जिहड़ी 42nd अमेंडमेंट है इहनूं मिनी कॉन्स्टिट्यूशन कहा जाता है, ठीक है। विच ऑफ द फॉलोइंग इज़ जस्टिसीएबल इन नेचर। इन्हां चों जिहड़ा किहड़ा है जिहड़ा जस्टिसीएबल नेचर दा है, ठीक है। जस्टिसीएबल नेचर मतलब जे अपने जिहड़ा इन्हां चों कोई भी है जिहड़ा जिवें 2 ऑप्शन आ वालियां, फस्ट है फंडामेंटल ड्यूटी, सैकेंड है डायरैक्टिव प्रिंसीपल ऑफ स्टेट पॉलिसी, थर्ड है फंडामेंटल राइट। इन्हां दा मतलब पहलां समझो, देखो मैं हुणे जिहड़ी गल कह रहा सी भी जस्टिसीएबल का मतलब ये है कि तुसी अगर इनू नीड होवे तो इसनूं इस दे रिगार्डिंग तुसी कोर्ट दे विच जा सकदे हो, इस दे रिगार्डिंग तुसी क्लेम कर सकदे हो कि साडे जिहड़े आ चीज़ है पर्टिकुलर वो वायलेट हो रहा है सिस्टम सारा, सानू भी कहने का मतलब सानू सारे फंडामेंटल राइट नहीं मिल रहे। तो मतलब तुसी फंडामेंटल राइट के अगेंस्ट कोर्ट दे विच जा सकते हो, इहदे ते सुनवाई हो सकती है। लेकिन जो बाकी दो है फॉर एग्जाम्पल फंडामेंटल ड्यूटी तो DPSP इनके रिगार्डिंग तुसी कोर्ट च नहीं जा सकते, मतलब अपील नहीं कर सकते क्योंकि दे आर द प्रिंसीपल्स, दे आर द ड्यूटीज़। ड्यूटी के रिगार्डिंग तुसी किवें कहोगे भी सानू जस्टिस चाहिए, तुसी अपने फंडामेंटल राइट के रिगार्डिंग जा सकते कोर्ट च। दैट इज़ द रीजन ये गल कही जाती है भी इन्हां चों किहड़ा जिहड़ा वो है जस्टिसेबल इन नेचर है तो तुहाडा आंसर आएगा फंडामेंटल राइट। अगर पूछा जाए कि फंडामेंटल राइट का पार्ट नंबर किहड़ा तो तुसी आंसर दोगे कि सर फंडामेंटल राइट का पार्ट नंबर किहड़ा, पार्ट नंबर 3 है, ठीक है। नैक्सट क्वेश्चन देखो 24 नाल मेरे नाल कमेंट बॉक्स के इन्हां दे आंसर दे जाओ, तुहाडा अपना एक सैल्फ टेस्ट भी हो जाएगा। 24 नंबर क्वेश्चन है जिहड़ा ਉਹਦੇ ਚੋਂ ਕਹਿੰਦਾ ਵਿਚ ऑफ द फॉलोइंग राइट हैज़ बीन रिमूवड फ्रॉम द फंडामेंटल राइट एंड कॉन्स्टिट्यूट एंड कन्वर्टेड टू द सिंपल लीगल राइट। इन्हां दे विचों किहड़ा फंडामेंटल राइट चों रिमूव करके उन्होंने लीगल राइट दे विच कन्वर्ट कर दिता गया। देखो ओरिजिनली फंडामेंटल राइट ना 7 होंदे सी, किन्ने होंदे सी 7 होंदे सी ओरिजिनली फंडामेंटल राइट। होया कि सी 44th अमेंडमेंट 1978 नूं, डेट तुसीं याद रखनी है कदों 44th अमेंडमेंट 1978 के टाइम जिहड़ा राइट टू प्रॉपर्टी है इनू पार्ट नंबर 3 दे विचों रिमूव करके कित्थे लै गए पार्ट किहड़े च लै गए पार्ट नंबर 12 दे विच लै गए। डन, पॉइंट क्लीयर हो गया होगा, ठीक है। ओरिजिनली इनका आर्टिकल नंबर की सी तो तुसीं आंसर दोगे सर इसका ओरिजिनली आर्टिकल नंबर 31 सी, ठीक है क्योंकि टोटल 32 तक आर्टिकल है ना फंडामेंटल राइट दे, तो 31 नंबर आर्टिकल सीगा राइट टू प्रॉपर्टी का, ठीक है। और इस तो बाद इनू आर्टिकल किहड़ा दे दिता गया 300A दे दिता गया। तो किन्ने पॉइंट अपने दे नाल कवर हो गए कि फंडामेंटल राइट नू रिमूव करके कित्थे लै गए तो तुसीं आंसर दोगे सर फंडामेंटल राइट नू रिमूव करके। फंडामेंटल राइट पर्टिकुलर किहड़ा रिमूव किया राइट टू प्रॉपर्टी नू फंडामेंटल राइट की लिस्ट चो रिमूव करके कित्थे रह गए तो तुहाडा आंसर आएगा सर लीगल राइट दे विच लै गए, ठीक है। आपां इसनूं थोड़ा जिहा एवें ही इस तरीके नाल ही कवर करना है बिकॉज एक दे नाल तुहाडे 4 पॉइंट कवर होने चाहिए और आपां इहनूं थोड़ा जिहा फास्टली करना है क्योंकि जिहड़ा टाइम है वो बहुत ज़्यादा प्रीशियस है अपने सब दे लई, ठीक है। सैकेंड क्वेश्चन है विच ऑफ द फॉलोइंग डज नॉट कम अंडर द फंडामेंटल ड्यूटी। इन्हां चों किहड़ा है जिहड़ा फंडामेंटल ड्यूटी दे अंडर नहीं आउंदा, मतलब उस लिस्ट दे विच नहीं आउंदा। तां फ्रीडम ऑफ स्पीच है जिहड़ा वो अपना फंडामेंटल राइट है, वो अपनी फंडामेंटल ड्यूटी नहीं हैगी। तो आंसर क्या आएगा 25 का आंसर नंबर डी आएगा भी इन्हां चों किहड़ा जिहड़ा वो फंडामेंटल ड्यूटी की लिस्ट दे विच नहीं आउंदा, ठीक है जी। नैक्सट क्वेश्चन देखो कंप्ट्रोलर एंड एडिटर जनरल ऑफ इंडिया इज़ अपॉइंट फॉर हाउ मैनी ईयर। देखो कैग नूं जिहड़ा अपॉइंट किया जाता है, कैग जिन्हों कंप्ट्रोलर एंड एडिटर जनरल ऑफ इंडिया कह दिता जाता है। कैग का फस्ट ऑफ काम की है ऑडिट करना है, ठीक है। तो अगर क्वेश्चन पूछा जाए कि कैग है जिहड़ा वो या तो 65 साल या 6 ईयर जिहड़ी चीज़ पहलां कंप्लीट हो जाए।
ਹੁਣ कैग का काम ऑडिट करना है तो कैग का टाइम पीरियड की है 6 साल है। जिवें प्रेजिडेंट का टाइम पीरियड 5 साल है, PM का टाइम पीरियड 5 साल है, गवर्नर का टाइम पीरियड चलो मैक्सीमम लेके चलीए तो 5 साल है, ठीक है। लेकिन इत्थे की है कैग का टाइम पीरियड है जिहड़ा 6 साल है या 65 साल है, जिहड़ी दोनों चों चीज़ कंप्लीट हो जाए। फॉर एग्जाम्पल कोई बंदा 63 साल की उम्र दे विच लग्गा तो 65 साल की उम्र च रिटायर्ड हो जाएगा। फॉर एग्जाम्पल कोई बंदा 55 साल की उम्र दे लग्गा तो 6 साल पूरे करके 61 साल की उम्र दे रिटायर्ड हो जाएगा। दैट इज़ द मीनिंग क्या जाता है कि 65 साल और 6 साल, ठीक है जी। नैक्सट क्वेश्चन वाला आप मूव करते हैं। क्वेश्चन नंबर 27, हू इज़ कस्टोडियन ऑफ कॉन्टीजेंसी फंड ऑफ इंडिया, ठीक है। अगर ये क्वेश्चन पूछा जाए कस्टोडियन कौन है कॉन्टीजेंसी फंड का, तो तुहाडा आंसर आएगा द प्रेजिडेंट है जिहड़ा कस्टोडियन है कॉन्टीजेंसी फंड का, ठीक है। उस तो बाद नैक्सट क्वेश्चन है विच ऑफ द फॉलोइंग कंट्री डज नॉट हैव रिटन कॉन्स्टिट्यूशन, इन्हां चों किहड़ी कंट्री है जिहड़ी जिंदा रिटन कॉन्स्टिट्यूशन नहीं है, तो आंसर आएगा यूके का रिटन कॉन्स्टिट्यूशन नहीं है, ठीक है। नैक्सट, इन द इंडियन पार्लीमेंटरी सिस्टम वोट ऑन अकाउंट इज़ वैलिड फॉर हाउ मैनी मंथ्स, ठीक है, एक्सैप्ट द ईयर ऑफ इलैक्शन। जिहड़ी वोट ऑन अकाउंट है वो किन्ने मंथ्स के लिए वैलिड होंदी है, तो अगर एवें क्वेश्चन पूछा जाए वोट ऑफ अकाउंट किन्ने मंथ्स के लिए वैलिड होंदी है, तो तुहाडा आंसर आएगा कि 6 मंथ्स के लिए वैलिड होंदी है, ठीक है। नैक्सट क्वेश्चन है इंडिया हैज़ टेकन द कंसैप्ट ऑफ जुडिशियल रिव्यू, जिहड़ा अपना जुडिशियल रिव्यू सिस्टम है आपां किहड़ी जिहड़ी कंट्री तो आपां इसनूं अडोप्ट कीता। द जुडिशियल रिव्यू है जिहड़ा आपां यूनाइटेड स्टेट्स तो अडोप्ट कीता है। डन। नैक्सट क्वेश्चन देखो, हाउ मैनी टाइम्स अ परसन कैन बी इलैक्टेड एट द प्रेजिडेंट ऑफ इंडिया। प्रेजिडेंट देखो अब आपां प्रेजिडेंट का सिस्टम है जिहड़ा जे उनकी गल करिए तो प्रेजिडेंट सिस्टम दे विच कोई भी जिहड़ा बाहर नहीं है भी एक बंदा चाहे जिन्नी बारी मर्जी है जिहड़ा प्रेजिडेंट जिहड़ा बन सकता है, ठीक है। पर जे पैरलर आपां देखिए USA दे विच तो USA दे विच जिहड़ा प्रेजिडेंट है वो 2 बारी सिर्फ बन सकता है, 2 बारी तो ज़्यादा नहीं बन सकता, और उन्होंने टाइम पीरियड भी 4 ईयर होंदा। लेकिन अपने इंडिया के जो टाइम पीरियड भी 5 साल है और जिन्नी बारी चाहे मर्जी वो बन सकता है, ठीक है जी। नैक्सट क्वेश्चन देखो, विच ऑफ द फॉलोइंग प्रोविजन नीड्स ए स्पैशल मेजोरिटी इन द पार्लीमेंट। कहना इन्हां चों किहड़ी प्रोविजन है जिस दे लई पार्लीमेंट दे विच एक स्पैशल प्रोविजन चाहिए है, तो चेंज ऑफ फंडामेंटल राइट के लिए अपन स्पैशल प्रोविजन चाहिए है, स्पैशल मेजोरिटी चाहिए है, ठीक है। क्योंकि फंडामेंटल राइट्स है जोड़े वो अपने लिए बने हैं, ठीक है, अपना हक है, तो उनके लिए एक स्पैशल प्रोविजन ही चाहिए होगी, स्पैशल मेजोरिटी चाहिए होएगी, ठीक है। तो इस करके जो क्वेश्चन पूछा गया कि किहड़ी प्रोविजन लिए स्पैशल मेजोरिटी चाहिए है, तो आंसर आएगा फंडामेंटल राइट को अगर अमेंड करना है, चेंज करना है, कुछ उनके नवा लैके आना है, तो उनके लिए आपको स्पैशल मेजोरिटी पार्लीमेंट के चाहिए होंगी। नैक्सट क्वेश्चन है किहड़े आर्टिकल नूं BR अंबेडकर ने हार्ट एंड सोल क्या है, तो जिवें आपां इहदे बारे पहलां भी डिस्कशन की है बेसिकली भी हार्ट एंड सोल आर्टिकल नंबर 32 नूं क्या है, ठीक है। क्यों क्या, क्योंकि 32 दे विच जिहड़ियां तुहाडीआं 5 टाइप्स दीयां रिट आउंदियां, 5 टाइप दीयां जिहड़ियां रिट है वो आर्टिकल नंबर 32 दे विच आउंदियां, ठीक है। क्योंकि जो भी तुहाडे राइट आ प्रोटैक्ट हो रहे हैं वो सिर्फ इस 32 नंबर आर्टिकल दे करके हो रहा है। 32 नंबर आर्टिकल दे विच की है रिट मतलब कि तुसीं सुप्रीम कोर्ट दे विच जाके अपील कर सकते हो कि जदों भी तुहाडे फंडामेंटल राइट है जिहड़े वो वायलेट हो रहे होण, ठीक है। तो क्वेश्चन ये पूछा गया सी भी जिहड़ा किहड़े नंबर आर्टिकल नूं BR अंबेडकर ने हार्ट एंड सोल किया, तो तुहाडा आंसर आएगा आर्टिकल नंबर 32, ठीक है। विच आर्टिकल कैन बी यूजड बाय द प्रेजिडेंट ऑफ इंडिया टू डिक्लेयर द फाइनैशियल एमरजेंसी। देखो फिर उस तरह का फिर क्वेश्चन आ गया, तो मैं तुहानूं कहा सी भी ये वाले क्वेश्चन बड़े इंपोर्टेंट है, रिपीट होंदे रहंदे हैं। तो आर्टिकल नंबर 360 अजे है जिहड़ा फाइनैशियल एमरजेंसी दे नाल डील करता है, ठीक है। विच ऑफ द फॉलोइंग इज़ नॉट ए फंडामेंटल ड्यूटी। हुण इन्हां विचों कहंदा जिहड़ा फंडामेंटल ड्यूटी जिहड़ी है वो तुहाडी नहीं हैगी, तो जिहड़ी ऑप्शन नंबर D है अबोलिशन ऑफ टाइटल एक्सैप्ट मिलटरी एंड अकैडमिक, जिहड़ी अबोलिशन ऑफ टाइटल है वो फंडामेंटल ड्यूटी नहीं हैगी। क्यों, क्योंकि ये तो एक फंडामेंटल राइट की लिस्ट दे विच आउंदा है, ठीक है जी। नैक्सट, विच अमेंडमेंट ऑफ इंडियन कॉन्स्टिट्यूशन ऑफ इंडिया इनक्रीज द एज ऑफ रिटायरमेंट ऑफ हाई कोर्ट जज फ्रॉम 60 to 62। इत्थे एक इंपोर्टेंट पॉइंट मैं तुहानूं 2-3 गल्लां क्लीयर कर दिना। अगर पूछा जाए हाई कोर्ट की रिटायरमेंट एज कितनी है, हाई कोर्ट के जज की रिटायरमेंट एज, तो तुसी आंसर दोगे सर 62 ईयर। अगर पूछा जाए सुप्रीम कोर्ट के जज की रिटायरमेंट एज की है, तो तुसी आंसर दोगे 65 ईयर। हुण क्वेश्चन ये पूछा गया सी भी किहड़ी अमेंडमेंट के थ्रू है जिहड़ी रिटायरमेंट एज है जिहड़ी 60 तो 62 साल करती, तो आंसर आएगा कि 15वीं अमेंडमेंट के विच ये चीज़ की सी, ठीक है। नैक्सट चीज़ डैश मीनस दैट द सुप्रीम कोर्ट विल रीकनसीडर द केस एंड लीगल इशू इनवॉल्वड इन इट।
ਜਿਹੜੀ ਸੁਪਰੀਮ ਕੋਰਟ ਦੀ ਇੱਕ ਪਾਵਰ ਹੈ ਵੀ ਜਿਹੜਾ ਇੱਕ ਤੁਸੀਂ ਜਿਊਰੀਡਿਕਸ਼ਨ ਦੀ ਪਾਵਰ ਕਹਿ ਸਕਦੇ ਉਹਨੂੰ, ਵੀ ਸੁਪਰੀਮ ਕੋਰਟ ਹੈ ਜਿਹੜਾ ਉਹ ਕੇਸ ਨੂੰ ਰੀਕਨਸੀਡਰ ਕਰੇਗਾ, ਤਾਂ ਇਹ ਹੈ ਜਿਹੜੀ ਇਹ ਐਪੀਲੇਟ ਜਿਊਰੀਡਿਕਸ਼ਨ ਦੇ ਅੰਡਰ ਆਉਂਦਾ। ਤਾਂ ਐਪੀਲੇਟ ਜਿਊਰੀਡਿਕਸ਼ਨ ਅਜਿਹੀ ਹੈ ਜਿਹਦੇ ਵਿੱਚ ਸੁਪਰੀਮ ਕੋਰਟ ਕੀ ਕਰਦੀ ਹੈ, ਕੇਸ ਨੂੰ ਰੀਕਨਸੀਡਰ ਕਰਦੀ ਹੈ। ਠੀਕ ਹੈ, ਉਸ ਤੋਂ ਬਾਅਦ ਦੇਰ ਆਰ ਟੋਟਲ ਡੈਸ਼ ਪਾਰਲੀਮੈਂਟਰੀ ਸੀਟ ਰਾਜ ਸਭਾ ਇਨ ਪੰਜਾਬ। ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਪੰਜਾਬ ਦੇ ਰਿਲੇਟਿਡ ਹੈ, ਕਿਉਂਕਿ ਆਪਾਂ ਪੰਜਾਬ ਦੇ ਹੀ ਜੀਕੇ ਕਵਰ ਕਰ ਰਹੇ ਹਾਂ ਬੇਸਿਕਲੀ, ਵੀ ਉਹ ਵਾਲੇ ਕੁਐਸਚਨ ਕਰ ਰਹੇ ਹਾਂ ਜੋ ਪੰਜਾਬ ਦੇ ਵਿੱਚ ਹੀ ਲਾਸਟ ਈਅਰ ਦੇ ਵਿੱਚ ਕਵਰ ਹੋਏ, ਵੀ ਇੰਡੀਅਨ ਪੋਲਿਟੀ ਦੇ ਪੰਜਾਬ ਦੀ ਜੀਕੇ ਮਤਲਬ ਉਹ ਵਾਲੇ ਕੁਐਸਚਨ ਜੋ ਲਾਸਟ ਦੇ ਵਿੱਚ ਪੰਜਾਬ ਦੇ ਵਿੱਚ ਕਵਰ ਹੋਏ ਹੈ। ਤਾਂ ਆਹ ਕੁਐਸਚਨ ਹੈ ਜਿਹੜਾ ਕਈ ਵਾਰੀ ਪੁੱਛਿਆ ਗਿਆ ਵੀ ਪੰਜਾਬ ਦੀਆਂ ਰਾਜ ਸਭਾ ਦੀਆਂ ਸੀਟ ਕਿੰਨੀਆਂ, 7 ਹੈ ਜੀ ਪੰਜਾਬ ਦੀਆਂ ਰਾਜ ਸਭਾ ਸੀਟ। ਨੈਕਸਟ ਦੇਖੋ ਕੁਐਸਚਨ ਨੰਬਰ 39, which fundamental right in Indian constitution allow citizen to move the court if they believe that any of their fundamental right have been violated by the state। ਕਹਿੰਦਾ ਕਿਹੜਾ ਫੰਡਾਮੈਂਟਲ ਰਾਈਟ ਹੈ ਜਿਹੜਾ ਉਹ ਆਜ਼ਾਦੀ ਦਿੰਦਾ ਹੈ। ਤਾਂ ਆਰਟੀਕਲ ਨੰਬਰ 32 ਦੇ ਅੰਡਰ ਹੈ ਜਿਹੜਾ ਰਾਈਟ ਟੂ ਕੌਨਸਟੀਟਿਊਸ਼ਨ ਰੈਮਡੀ, ਜਿਹਨੂੰ BR ਅੰਬੇਦਕਰ ਨੇ ਹਾਰਟ ਐਂਡ ਸੋਲ ਆਫ ਇੰਡੀਅਨ ਕੌਨਸਟੀਟਿਊਸ਼ਨ ਕਿਹਾ ਹੈ। ਇਹ ਆਪਣੇ ਕੌਨਸਟੀਟਿਊਸ਼ਨ ਦੀ ਆਜ਼ਾਦੀ ਦਿੰਦਾ ਹੈ ਕਿ ਤੁਸੀਂ ਜਿਹੜੀ ਇਸ ਚੀਜ਼ ਦੇ ਰਿਗਾਰਡਿੰਗ ਆ ਜਿਹੜੀ ਕੋਰਟ ਦੇ ਵਿੱਚ ਅਪੀਲ ਕਰ ਸਕਦੇ ਹੋ। ਠੀਕ ਹੈ, ਆਰਟੀਕਲ ਨੰਬਰ 32 ਦੇ ਅੰਡਰ ਇਹ ਕਿਹਦੇ ਅੰਡਰ ਅਪੀਲ ਕਰ ਸਕਦੇ ਹੋ, ਤਾਂ ਤੁਸੀਂ ਕਹੋਗੇ ਕਿ ਸਰ ਸੁਪਰੀਮ ਕੋਰਟ ਦੇ ਅੰਡਰ ਤੁਸੀਂ ਅਪੀਲ ਕਰ ਸਕਦੇ ਹੋ। ਠੀਕ ਹੈ ਜੀ, ਕੌਨਸਟੀਟਿਊਐਂਟ ਅਸੈਂਬਲੀ ਆਫ ਇੰਡੀਆ ਵਾਜ਼ ਫਾਊਂਡਡ ਇਨ ਦਾ ਈਅਰ। ਕੌਨਸਟੀਟਿਊਐਂਟ ਅਸੈਂਬਲੀ ਹੈ ਜਿਹੜੀ ਉਹ ਕਿਹੜੇ ਸਾਲ ਦੇ ਵਿੱਚ ਜਿਹੜੀ ਹੈ ਫਾਊਂਡ ਕੀਤੀ ਗਈ ਸੀ, ਤਾਂ ਆਨਸਰ ਆਏਗਾ 1946 ਦੇ ਵਿੱਚ। 1946 ਦੇ ਵਿੱਚ ਇੰਡੀਆ ਦੇ ਵਿੱਚ ਕੈਬਨਿਟ ਮਿਸ਼ਨ ਪਲਾਨ ਆਇਆ ਸੀ, ਤਾਂ ਉਸ ਟਾਈਮ ਦੇ ਵਿੱਚ ਕੌਨਸਟੀਟਿਊਐਂਟ ਅਸੈਂਬਲੀ ਹੈ ਜਿਹੜੀ ਉਹ ਫਾਊਂਡ ਕੀਤੀ ਗਈ ਸੀ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 41। ਇੱਕ ਗੱਲ ਹੋਰ ਹੈ ਜੀ, ਅਗਰ ਮੇਰੇ ਵੱਲੋਂ ਕਰਾਈ ਗਈ ਇਨਫੋਰਮੇਸ਼ਨ ਐਕਸਟਰਾ ਦਿੱਤੀ ਹੋਈ ਔਰ ਜਿਸ ਸਪੇਸ ਨਾਲ ਮੈਂ ਤੁਹਾਨੂੰ ਕਰਵਾ ਰਿਹਾ, ਅਗਰ ਸਭ ਕੁਝ ਅੱਛਾ ਲੱਗ ਰਿਹਾ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਮੈਕਸੀਮਮ ਲਾਈਕ ਕਰ ਦਿਓ, ਬਿਕੋਜ਼ ਕੋਈ ਵੀ ਵੀਡੀਓ ਹੈ ਜਿਹੜੀ ਉਹ ਤੁਹਾਡੇ ਲਈ ਹੀ ਅਸੀਂ ਬਣਾਉਂਦੇ ਹਾਂ, ਤਾਂ ਸਟੂਡੈਂਟਸ ਦੇ ਇਸ ਚੀਜ਼ ਦੇ ਵਿੱਚ ਬੈਨੀਫਿਟ ਹੋਣਾ ਚਾਹੀਦਾ। ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੈਕਸੀਮਮ। 41 ਨੰਬਰ ਕੁਐਸਚਨ ਹੈ, ਮੀਨਸ ਕੇਸ ਦੈਟ ਕੈਨ ਬੀ ਡਾਇਰੈਕਟਲੀ ਕੰਸੀਡਰਡ ਬਾਏ ਦਾ ਸੁਪਰੀਮ ਕੋਰਟ ਵਿਦਾਊਟ ਗੋਇੰਗ ਟੂ ਦਾ ਲੋਅਰ ਕੋਰਟ ਬਿਫੋਰ ਦੈਟ। ਕਹਿੰਦਾ ਵੀ ਉਸ ਨੂੰ ਕੀ ਕਹਿੰਦੇ ਆ, ਉਹ ਉਹਦੀ ਕਿਹੜੀ ਜੂਰੀਡਿਕਸ਼ਨ ਦੇ ਵਿੱਚ ਆਉਂਦਾ ਹੈ, ਤਾਂ ਇਹ ਸੁਪਰੀਮ ਕੋਰਟ ਦੀ ਓਰੀਜਨਲ ਜੂਰੀਡਿਕਸ਼ਨ ਹੈ। ਠੀਕ ਹੈ, ਕਹਿੰਦੇ ਵੀ ਮੀਨਸ ਕੇਸਿਸ ਦੈਟ ਕੈਨ ਬੀ ਡਾਇਰੈਕਟਲੀ ਕੰਸੀਡਰ ਬਾਈ ਸੁਪਰੀਮ ਕੋਰਟ, ਉਹ ਕੇਸ ਜਿਹੜੇ ਸੁਪਰੀਮ ਕੋਰਟ ਡਾਇਰੈਕਟਲੀ ਕੰਸੀਡਰ ਕਰਦੀ ਹੈ, ਤਾਂ ਉਹਨਾਂ ਨੂੰ ਉਹਦੀ ਓਰੀਜਨਲ ਜੂਰੀਡਿਕਸ਼ਨ 'ਚ ਆਪਾਂ ਰੱਖਿਆ ਹੈ। ਨੈਕਸਟ ਹੈ ਕੁਐਸਚਨ ਨੰਬਰ 42, ਅੰਡਰ ਵਿਚ ਆਫ ਦਾ ਫੋਲੋਇੰਗ ਜੂਰੀਡਿਕਸ਼ਨ ਕੈਨ ਐਨੀ ਇੰਡੀਵਿਜੂਅਲ ਹੂਜ਼ ਫੰਡਾਮੈਂਟਲ ਰਾਈਟ ਹੈਜ਼ ਬੀਨ ਵਾਇਲੇਟਿਡ। ਪਹਿਲੀ ਗੱਲ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ ਵੀ ਫੰਡਾਮੈਂਟਲ ਰਾਈਟ ਅਗਰ ਵਾਇਲੇਟ ਹੁੰਦੇ ਆ ਤਾਂ ਅੰਡਰ ਆਰਟੀਕਲ ਨੰਬਰ 32, ਜਿਹਨੂੰ ਹਾਰਟ ਐਂਡ ਸੋਲ ਆਫ ਇੰਡੀਅਨ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਠੀਕ ਹੈ, ਜਿਹੜਾ ਕਿ ਜਿਹਦੇ ਵਿੱਚ ਡਾਇਰੈਕਟ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹੋ, ਤਾਂ ਉਹ ਸੁਪਰੀਮ ਕੋਰਟ ਦੀ ਕਿਹੜੀ ਜੂਰੀਡਿਕਸ਼ਨ ਆਏਗੀ। ਠੀਕ ਹੈ, ਤਾਂ ਉਹ ਸੁਪਰੀਮ ਕੋਰਟ ਦੀ ਕਿਹੜੀ ਜੂਰੀਡਿਕਸ਼ਨ ਆਏਗੀ, ਰਿਟ ਹੈ, ਤਾਂ ਰਿਟ ਜੂਰੀਡਿਕਸ਼ਨ ਆਏਗੀ। ਠੀਕ ਹੈ, ਉਸ ਤੋਂ ਬਾਅਦ ਡੈਸ਼ ਮੀਨਸ ਦੈਟ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਕੈਨ ਰੈਫਰ ਐਨੀ ਮੈਟਰ ਦੈਟ ਇਫ ਦਾ ਪਬਲਿਕ ਇੰਪੋਰਟੈਂਸ ਔਰ ਦੈਟ ਵਿਚ ਇਨਵੋਲਵ ਦਾ ਇੰਟਰਪ੍ਰੀਟੇਸ਼ਨ ਆਫ ਕੌਨਸਟੀਟਿਊਸ਼ਨ ਦਾ ਸੁਪਰੀਮ ਕੋਰਟ ਫॉर ਐਡਵਾਈਸ। ਵੀ ਕਹਿੰਦਾ ਕਿਹੜੀ ਇਹਨਾਂ 'ਚੋਂ ਕਿਹੜੀ ਜੂਰੀਡਿਕਸ਼ਨ ਹੈ ਜਿਸ ਦੇ ਅੰਡਰ ਪ੍ਰੈਜ਼ੀਡੈਂਟ ਆਫ ਇੰਡੀਆ ਰੈਫਰ ਕਰ ਸਕਦਾ ਹੈ ਪਬਲਿਕ ਇੰਪੋਰਟੈਂਸ ਦੇਖਦੇ ਹੋਏ। ਠੀਕ ਹੈ, ਸੁਪਰੀਮ ਕੋਰਟ ਨੂੰ ਐਡਵਾਈਸ ਦੇ ਲਈ। ਠੀਕ ਹੈ, ਹੁਣ ਦੇਖੋ ਸਿੰਪਲ ਦੀ ਗੱਲ ਹੈ, ਜੇ ਆਪਾਂ ਧਿਆਨ ਨਾਲ ਸੋਚੋ ਕੁਐਸਚਨ ਦਾ ਮੀਨਿੰਗ ਮੰਨ ਲਓ ਸਪੋਜ਼ ਕਰੋ ਤੁਹਾਨੂੰ ਪੇਪਰ ਦੇ ਵਿੱਚ ਨਹੀਂ ਸਮਝ ਆਇਆ, ਪ੍ਰੈਜ਼ੀਡੈਂਟ ਕੀ ਲੈ ਰਿਹਾ ਹੈ, ਸੁਣੋ ਪ੍ਰੈਜ਼ੀਡੈਂਟ ਕੀ ਲੈ ਰਿਹਾ ਹੈ, ਪ੍ਰੈਜ਼ੀਡੈਂਟ ਲੈ ਰਿਹਾ ਹੈ ਐਡਵਾਈਸ ਲੈ ਰਿਹਾ, ਅਤੇ ਕਿਹੜੀ ਜੂਰੀਡਿਕਸ਼ਨ ਹੋਏਗੀ, ਸੁਪਰੀਮ ਕੋਰਟ ਐਡਵਾਈਸ ਦੇ ਰਹੀ ਹੈ ਨਾ, ਤਾਂ ਐਡਵਾਈਜ਼ਰੀ ਜੂਰੀਡਿਕਸ਼ਨ। ਠੀਕ ਹੈ, ਉਸ ਤੋਂ ਬਾਅਦ ਦੇਰ ਆਰ ਡੈਸ਼ ਟੋਟਲ ਪਾਰਲੀਮੈਂਟ ਸੀਟ ਇਨ ਦਾ ਸਿੱਕਮ। ਦੇਖੋ ਜਿਵੇਂ ਪਹਿਲਾਂ ਪੰਜਾਬ ਦਾ ਕੁਐਸਚਨ ਆਇਆ ਸੀ, ਉਵੇਂ ਕਹਿੰਦਾ ਆ ਗਿਆ ਸਿੱਕਿਮ ਦਾ ਆ ਗਿਆ, ਤਾਂ ਹੁਣ ਸਿੱਕਿਮ ਦੀਆਂ ਜਿਹੜੀਆਂ ਪਾਰਲੀਮੈਂਟਰੀ ਸੀਟ ਹੈ ਜਿਹੜੀਆਂ ਉਹ ਕਿੰਨੀਆਂ, ਤਾਂ ਸਿੱਕਿਮ ਦੀ ਜਿਹੜੀ ਪਾਰਲੀਮੈਂਟਰੀ ਸੀਟ ਹੈ ਪਰਟੀਕੂਲਰ ਰਾਜ ਸਭਾ ਦੀ, ਤਾਂ ਉਹ ਸਿਰਫ ਇੱਕ ਹੈ। ਨੈਕਸਟ ਦੇਖੋ, ਟ੍ਰੇਡ ਯੂਨੀਅਨ ਇਜ਼ ਲਿਸਟਿਡ ਇਨ ਲਿਸਟ ਗਿਵਨ ਇਨ 7th ਸ਼ਡਿਊਲ ਆਫ ਕੌਨਸਟੀਟਿਊਸ਼ਨ ਆਫ ਇੰਡੀਆ। ਕਹਿੰਦਾ ਵੀ ਜਿਹੜੇ ਟ੍ਰੇਡ ਯੂਨੀਅਨਸ ਹੈ ਉਹਨਾਂ ਦੇ ਵਿੱਚੋਂ ਕਿਹੜੀ ਲਿਸਟ ਦੇ ਵਿੱਚ ਹੈ, ਤਾਂ ਕਿਹੜੀ ਲਿਸਟ ਦੇ ਵਿੱਚ ਹੈ, ਕੌਨਕਰੈਂਟ ਲਿਸਟ ਦੇ ਵਿੱਚ। ਠੀਕ ਹੈ, ਨੈਕਸਟ 46 ਡੈਸ਼ ਰਿਟ ਇਜ਼ ਯੂਜ਼ਡ ਬਾਈ ਹਾਈ ਕੋਰਟ ਔਰ ਸੁਪਰੀਮ ਕੋਰਟ ਵੈਨ ਏ ਲੋਅਰ ਕੋਰਟ ਹੈਜ਼ ਕੰਸੀਡਰ ਏ ਕੇਸ ਗੋਇੰਗ ਬਿਯੋਂਡ ਇਟਸ ਜੂਰੀਡਿਕਸ਼ਨ। ਜਦੋਂ ਇੱਕ ਕੋਰਟ ਹੈ ਜਿਹੜੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਹੈ ਜਿਹੜੀ ਉਹ ਪਰਟੀਕੂਲਰ ਇੱਕ ਰਿਟ ਜਾਰੀ ਕਰਦੀ ਹੈ, ਕਦੋਂ ਕਹਿੰਦਾ ਜਾਰੀ ਕਰ ਸਕਦੀ ਹੈ
ਕਿਹੜੀ ਰਿਟ ਹੈ ਜਿਹੜੀ ਜਦੋਂ ਇੱਕ ਲੋਅਰ ਕੋਰਟ ਆਪਦੀ ਜੂਰੀਡਿਕਸ਼ਨ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ, ਤਾਂ ਪ੍ਰੋਹਿਬਿਸ਼ਨ। ਠੀਕ ਹੈ, ਪ੍ਰੋਹਿਬਿਸ਼ਨ। ਨੈਕਸਟ, ਉਸ ਤੋਂ ਬਾਅਦ ਇੱਕ ਹੋਰ ਗੱਲ ਹੈ, ਜਿਹੜੀ ਪ੍ਰੋਹਿਬਿਸ਼ਨ ਹੈ ਨਾ, ਇਹ ਕੇਸ ਸੋਲਵ ਹੋਣ ਤੋਂ ਪਹਿਲਾਂ ਹੈ। ਪ੍ਰੋਹਿਬਿਸ਼ਨ ਹੈ ਜਿਹੜੀ, ਉਹ ਕੇਸ ਸੋਲਵ ਹੋਣ ਤੋਂ ਪਹਿਲਾਂ ਹੈ। ਜਿਵੇਂ ਇਹਨਾਂ ਨੇ ਲਿਖਿਆ ਨਾ ਵੀ ਕੇਸ ਜਦੋਂ ਜਾ ਰਿਹਾ ਹੋਵੇ, ਠੀਕ ਹੈ, ਤਾਂ ਇਹ ਕੇਸ ਸੋਲਵ ਹੋਣ ਤੋਂ ਪਹਿਲਾਂ ਹੈ। ਠੀਕ ਹੈ, ਵੀ ਅਜੇ ਕੇਸ ਨਹੀਂ ਸੋਲਵ ਹੋਇਆ। ਨੈਕਸਟ ਹੈ, ਇਨ ਵਿਚ ਈਅਰ ਵਾਜ਼ ਆਲ ਇੰਡੀਆ ਅੰਨਾ ਦਰਾਵਿਦਾ ਮੁੰਡਤਰਾ ਕੰਜਗਮ ਫਾਊਂਡਡ, ਜਿਹਨੂੰ ਆਪਾਂ AIADMK ਪਾਰਟੀ ਕਹਿ ਦਿੰਦੇ ਹਾਂ, ਆਲ ਇੰਡੀਆ ਅੰਨਾ ਦਰਾਵਿਦਾ ਮੁੰਡਤਰਾ ਕੰਜਗਮ ਪਾਰਟੀ। ਠੀਕ ਹੈ, ਤਾਂ ਉਹ ਕਹਿੰਦਾ ਵੀ ਇਹ AIADMK ਦੀ ਫਾਊਂਡੇਸ਼ਨ ਹੈ ਜਿਹੜੀ, ਉਹ ਕਦੋਂ ਹੋਈ ਹੈ? ਤਾਂ AIADMK ਦੀ ਜਿਹੜੀ ਫਾਊਂਡੇਸ਼ਨ ਹੈ ਉਹ 1949 ਦੇ ਵਿੱਚ ਹੋਈ ਹੈ। ਬੜੇ ਜ਼ਬਰਦਸਤ ਕੁਐਸਚਨ ਹੈ ਜੀ ਜਿਹੜੇ ਮੈਂ ਤੁਹਾਡੇ ਲਈ ਲੈ ਕੇ ਆਇਆ। ਬਸ ਤੁਸੀਂ ਇਸ ਵੀਡੀਓ ਨੂੰ ਦੇਖਦੇ ਰਹੋ ਔਰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ। ਠੀਕ ਹੈ, ਨੈਕਸਟ ਹੈ, ਵਿਚ ਫੰਡਾਮੈਂਟਲ ਰਾਈਟ ਇਨ ਦਾ ਇੰਡੀਅਨ ਕੌਨਸਟੀਟਿਊਸ਼ਨ ਇਨਕਲੂਡ ਇਕੁਅਲ ਐਕਸੈਸ ਟੂ ਸ਼ੋਪ, ਬਾਥਿੰਗ, ਗਾਰਡਸ, ਹੋਟਲ ਐਟਸੈਟਰਾ। ਠੀਕ ਹੈ, ਤਾਂ ਕਿਹੜਾ ਫੰਡਾਮੈਂਟਲ ਰਾਈਟ ਆ? ਬੜੇ ਕਾਮਨ ਜਿਹਾ ਵੀ ਕਿਹੜਾ ਫੰਡਾਮੈਂਟਲ ਰਾਈਟ ਹੋਏਗਾ ਜਿਹਦੇ 'ਚ ਸਾਰਿਆਂ 'ਚ ਇਕੁਐਲਿਟੀ ਹੋਏਗੀ। ਠੀਕ ਹੈ, ਤਾਂ ਉਹ ਤੁਸੀਂ ਆਪਸ਼ਨ ਦੇਖੋ। ਫਸਟ ਆਪਸ਼ਨ ਹੈ ਰਾਈਟ ਟੂ ਲਿਬਰਟੀ ਐਂਡ ਪਰਸਨਲ ਫਰੀਡਮ। ਠੀਕ ਹੈ, ਨੈਕਸਟ ਕੁਐਸਚਨ ਹੈ ਰਾਈਟ ਟੂ ਫਰੀਡਮ ਆਫ ਰਿਲੀਜਨ, ਅਤੇ ਥਰਡ ਕੁਐਸਚਨ ਹੈ ਰਾਈਟ ਟੂ ਇਕੁਐਲਿਟੀ। ਤਾਂ ਤੁਸੀਂ ਆਨਸਰ ਦੱਸ ਹੀ ਸਕਦੇ ਹੋ ਮੈਨੂੰ ਨਾਲ ਨਾਲ, ਤਾਂ ਰਾਈਟ ਟੂ ਇਕੁਐਲਿਟੀ ਆਏਗਾ। ਠੀਕ ਹੈ, ਡੈਸ਼ ਮੀਨਸ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਕੈਨ ਰੈਫਰ ਐਨੀ ਮੈਟਰ ਦੈਟ ਇਜ਼ ਪਬਲਿਕ ਇੰਪੋਰਟੈਂਸ। ਔਰ ਇਹ ਸੇਮ ਕੁਐਸਚਨ ਹੈ ਜੀ, ਪਹਿਲਾਂ ਵੀ ਆਪਾਂ ਇਹਨੂੰ ਡਿਸਕਸ ਕਰ ਚੁੱਕੇ ਹਾਂ ਵੀ ਇਹਨਾਂ ਦੇ ਵਿੱਚੋਂ ਕਹਿੰਦਾ ਕਿਹੜਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਰੈਫਰ ਕਰਦਾ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਉਹਦੀ ਐਡਵਾਈਜ਼ ਲੈਣ ਲਈ, ਤਾਂ ਉਹ ਕਿਹੜੀ ਜੂਰੀਡਿਕਸ਼ਨ ਆਉਂਦੀ? ਐਡਵਾਈਜ਼ਰੀ ਜੂਰੀਡਿਕਸ਼ਨ ਹੈ। ਠੀਕ ਹੈ ਜੀ, ਦੇਰ ਆਰ ਟੋਟਲ ਡੈਸ਼ ਪਾਰਲੀਮੈਂਟਰੀ ਸੀਟ ਇਨ ਤ੍ਰਿਪੁਰਾ, ਪਰਟੀਕੂਲਰ ਰਾਜ ਸਭਾ ਦੇ ਵਿੱਚ ਜੇ ਆਪਾਂ ਗੱਲ ਕਰੀਏ। ਠੀਕ ਹੈ, ਤਾਂ ਪਾਰਲੀਮੈਂਟਰੀ ਸੀਟ ਹੈ ਜਿਹੜੀ ਤ੍ਰਿਪੁਰਾ ਦੇ ਵਿੱਚ ਉਹ ਕਿੰਨੀਆਂ ਹੈ ਜੀ? ਤਾਂ ਉਹ ਜਿਹੜੀਆਂ ਸੀਟਸ ਹੈ ਅਗੇਨ ਉਹ ਇੱਕ ਹੀ ਸੀਟ ਹੈ, ਪਾਰਲੀਮੈਂਟਰੀ ਸੀਟ ਤ੍ਰਿਪੁਰਾ ਦੇ ਵਿੱਚ, ਪਰਟੀਕੂਲਰ ਰਾਜ ਸਭਾ ਦੇ ਵਿੱਚ। ਠੀਕ ਹੈ, ਨੈਕਸਟ ਕੁਐਸਚਨ ਦੇਖੋ, ਟੈਕਸਿਸ ਔਨ ਲੈਂਡ ਐਂਡ ਬਿਲਡਿੰਗ ਇਜ਼ ਲਿਸਟਡ ਇਨ ਦਾ ਡੈਸ਼ ਲਿਸਟ। ਜਿਹੜਾ ਜਿਵੇਂ ਆਪਾਂ ਟ੍ਰੇਡ ਦੀ ਗੱਲ ਕੀਤੀ ਸੀ ਤਾਂ ਉਹ ਕੰਕਰੈਂਟ ਲਿਸਟ ਹੈ, ਮਤਲਬ ਸਟੇਟ ਅਤੇ ਯੂਨੀਅਨ ਦਾ ਸਾਂਝਾ ਹੈ। ਉਵੇਂ ਟੈਕਸ ਔਨ ਲੈਂਡ ਅਤੇ ਬਿਲਡਿੰਗ ਦੇ ਵਿੱਚ ਜਿਹੜਾ ਟੈਕਸ ਲੱਗਦਾ ਉਹ ਕਿਹੜੀ ਸਹਿਮਤ ਸ਼ਡਿਊਲ ਦੇ ਵਿੱਚ ਹੈ, ਪਲੱਸ ਕਿਹੜੀ ਲਿਸਟ ਦੇ ਵਿੱਚ ਆਉਂਦਾ ਹੈ? ਤਾਂ ਤੁਸੀਂ ਆਨਸਰ ਦਓਗੇ ਵੀ ਇਹ ਜਿਹੜਾ ਉਹ ਸਟੇਟ ਲਿਸਟ ਦੇ ਵਿੱਚ ਆਏਗਾ। ਠੀਕ ਹੈ, ਨੈਕਸਟ ਕੁਐਸਚਨ ਦੇਖੋ, ਦੇਰ ਆਰ ਟੋਟਲ ਡੈਸ਼ ਪਾਰਲੀਮੈਂਟਰੀ ਸੀਟ ਆਫ ਮਹਾਰਾਸ਼ਟਰਾ। ਫਿਰ ਰਾਜ ਸਭਾ ਦੀਆਂ ਤੁਸੀਂ ਮੈਨੂੰ ਸੀਟਸ ਦੱਸਣੀਆਂ ਕਿੰਨੀਆਂ? ਤਾਂ ਰਾਜ ਸਭਾ ਦੀਆਂ ਜਿਹੜੀਆਂ ਸੀਟਸ ਹੈ ਮਹਾਰਾਸ਼ਟਰਾ ਦੀਆਂ ਉਹ 19 ਹੈ। ਠੀਕ ਹੈ, ਨੈਕਸਟ, ਫੋਰੈਸਟ ਇਜ਼ ਲਿਸਟਡ ਡੈਸ਼ ਲਿਸਟ ਗਿਵਨ ਇਨ 7 ਸ਼ਡਿਊਲ। ਤਾਂ ਜਿਹੜੇ ਫੋਰੈਸਟਸ ਹੈ ਉਹ ਕਿਹੜੀ ਲਿਸਟ ਦੇ ਵਿੱਚ ਆਉਂਦੇ ਆ? ਤਾਂ ਆਨਸਰ ਹੋਏਗਾ ਫੋਰੈਸਟ ਹੈ ਜਿਹੜੇ ਉਹ ਕੰਕਰੈਂਟ ਲਿਸਟ ਦੇ ਵਿੱਚ ਆਉਂਦੇ ਆ। ਜਿਵੇਂ ਟ੍ਰੇਡ ਵੀ ਕੰਕਰੈਂਟ ਲਿਸਟ ਦੇ ਵਿੱਚ ਆਉਂਦਾ ਸੀ। ਠੀਕ ਹੈ, ਹੁਣੇ ਆਪਾਂ ਇੱਥੇ ਇੱਕ ਵਾਰੀ ਲਿਖ ਲੈਂਦੇ ਹਾਂ। ਹੁਣੇ ਆਪਾਂ ਕਿਹੜੇ ਕਰ ਲਏ? ਇੱਕ ਤਾਂ ਆਪਾਂ ਕਰ ਲਿਆ ਫੋਰੈਸਟਸ, ਇਹ ਵੀ ਕੰਕਰੈਂਟ ਲਿਸਟ 'ਚ ਆਏਗਾ। ਟ੍ਰੇਡ ਵਾਲਾ ਗੱਲ ਕੀਤੀ ਸੀ, ਇਹ ਵੀ ਕੰਕਰੈਂਟ ਲਿਸਟ ਦੇ ਵਿੱਚ ਆਏਗਾ। ਔਰ ਲਾਸਟ ਆਪਾਂ ਹੁਣੇ ਇੱਕ ਕਵਰ ਕਰਕੇ ਹਟੇ ਹਾਂ ਜੀ, ਟੈਕਸਿਸ ਔਨ ਲੈਂਡ, ਮਤਲਬ ਜਿਹੜਾ ਲੈਂਡ 'ਤੇ ਟੈਕਸ ਲੱਗਦਾ, ਟੈਕਸਿਸ ਔਨ ਲੈਂਡ, ਜਿਹੜਾ ਲੈਂਡ 'ਤੇ ਟੈਕਸ ਲੱਗਦਾ ਇਹ ਕਿਹੜੀ ਲਿਸਟ ਦੇ ਵਿੱਚ ਆਏਗਾ? ਅਤੇ ਆਪਣਾ ਆਨਸਰ ਆਏਗਾ ਸਟੇਟ ਲਿਸਟ ਦੇ ਵਿੱਚ ਆਏਗਾ। ਨੈਕਸਟ ਦੇਖੋ, ਵਿਚ ਫੰਡਾਮੈਂਟਲ ਰਾਈਟ ਇਨ ਇੰਡੀਅਨ ਕੌਨਸਟੀਟਿਊਸ਼ਨ ਸਟੇਟਸ ਦੈਟ ਆਲ ਦਾ ਪਰਸਨ ਸ਼ੈਲ ਬੀ ਇਕੁਅਲ ਪ੍ਰੋਟੈਕਟਿਡ ਬਾਈ ਲਾ। ਕਿਹੜਾ ਫੰਡਾਮੈਂਟਲ ਰਾਈਟ ਕਹਿੰਦਾ ਵੀ ਜਿਹੜੇ ਸਾਰੇ ਪਰਸਨ ਹੈ ਉਹ ਲਾ ਦੇ ਦੁਆਰਾ ਇਕੁਅਲ ਪ੍ਰੋਟੈਕਟ ਹੋਣੇ ਚਾਹੀਦੇ ਹੈ? ਤਾਂ ਤੁਸੀਂ ਆਪ ਸਿਆਣੇ ਹੋ ਜੀ, ਮੇਰੇ ਨਾਲੋਂ ਜ਼ਿਆਦਾ ਸਿਆਣੇ ਹੋ। ਰਾਈਟ ਟੂ ਇਕੁਐਲਿਟੀ ਹੈ, ਸਾਰਿਆਂ ਨੂੰ ਇਕੁਅਲ ਰਾਈਟ ਮਿਲਣਾ ਚਾਹੀਦਾ। ਤਾਂ ਕਿਹੜਾ ਆਨਸਰ ਆਏਗਾ? ਰਾਈਟ ਟੂ ਇਕੁਐਲਿਟੀ। ਠੀਕ ਹੈ ਜੀ, ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਅਗਰ ਸਾਡੇ ਵੱਲੋਂ ਪ੍ਰੋਵਾਈਡ ਕੀਤਾ ਹੋਇਆ ਮੈਟਰ ਸਫੀਸ਼ੀਐਂਟ ਲੱਗ ਰਿਹਾ, ਜਿਹਦੇ ਨਾਲ ਤੁਹਾਡਾ ਕੋਈ ਬੈਨੀਫਿਟ ਹੋ ਰਿਹਾ ਹੋਵੇ ਤਾਂ ਕਿਸੇ ਹੋਰ ਦਾ ਵੀ ਹੋ ਜਾਏਗਾ। ਨੈਕਸਟ ਹੈ, ਵਿਚ ਫੰਡਾਮੈਂਟਲ ਰਾਈਟ ਆਫ ਇੰਡੀਅਨ ਕੌਨਸਟੀਟਿਊਸ਼ਨ ਇਨਕਲੂਡ ਦਾ ਅਬੋਲਿਸ਼ਨ ਆਫ ਅਨਟੱਚੇਬਿਲਿਟੀ। ਇਹਨਾਂ 'ਚੋਂ ਕਿਹੜਾ ਜਿਹੜਾ ਫੰਡਾਮੈਂਟਲ ਰਾਈਟ ਹੈ ਉਹ ਛੂਆ-ਛੂਤ, ਜਿਹਨੂੰ ਆਪਾਂ ਅਨਟੱਚੇਬਿਲਿਟੀ ਹੈ ਜਿਹੜਾ, ਉਹਦੀ ਅਬੋਲਿਸ਼ਨ ਮਤਲਬ ਉਹਦਾ ਖਾਤਮਾ ਕਰਦਾ, ਖਾਤਮਾ ਕਰਨ ਦੀ ਗੱਲ ਕਰਦਾ। ਤਾਂ ਅਗੇਨ ਹੈ ਜਿਹੜੀ ਸਭ ਨੂੰ ਬਰਾਬਰਤਾ ਚਾਹੀਦੀ ਹੈ, ਸਮਾਨਤਾ ਦਾ ਅਧਿਕਾਰ ਹੈ ਜਿਹੜਾ ਰਾਈਟ ਟੂ ਇਕੁਐਲਿਟੀ। ਫੋਰਨ ਜੂਰੀਡਿਕਸ਼ਨ ਇਜ਼ ਲਿਸਟਡ ਇਨ ਡੈਸ਼ ਲਿਸਟ। ਠੀਕ ਹੈ, ਕਿਹੜੀ ਲਿਸਟ ਦੇ ਵਿੱਚ? ਜਿਹੜਾ ਕਿ ਸਹਿਮਤ ਸ਼ਡਿਊਲ ਦੇ ਵਿੱਚ ਹੈ। ਠੀਕ ਹੈ, ਹੁਣ ਨਾ ਮੈਂ ਤੁਹਾਨੂੰ ਇੱਕ ਹੋਰ ਚੀਜ਼ ਜਿਹੜੀ ਮੈਂ ਚੀਜ਼ ਤੁਹਾਨੂੰ ਕਹੀ ਸੀ, ਮੈਂ ਤੁਹਾਨੂੰ ਇੱਥੇ ਪਹਿਲਾਂ ਉਹ ਕਲੀਅਰ ਕਰਦਾ। TEARS ਟੀਅਰਸ OF OLD ਓਲਡ। ਠੀਕ ਹੈ, ਇੱਕ ਵਾਰੀ ਆਪਾਂ OLD ਤੱਕ ਹੀ ਚੱਲਦੇ ਹਾਂ, ਓਲਡ। ਠੀਕ ਹੈ, ਤਾਂ ਦੇਖੋ ਟੀ ਤੋਂ ਮਤਲਬ
फिर ई तो सैकेंड, फिर थर्ड, फिर फोर्थ, ठीक है, दैन एस तो 5, दैन ओ तो 6, दैन एस तो 7, एफ तो 7, ठीक है। तो फस्ट जोड़ा आप गल करिए टैरेटरी एंड यूनीयन, ई ते अमोलमेंट्स, ए ते अफर्मेशन, आर ते एलोकेशन ऑफ सीट ऑफ राज्य सभा सीटां दी वंड, एस तो SC ST, ओ तो अदर स्टेट त्रिपुरा वगैरह स्टेट्स आ जांदियां, ठीक है, 4 स्टेट है बेसिकली। इस तो फैडरल रिजर्वस, हुण ये फैडरल रिजर्व है ना जिहड़ा, इन्दा मतलब ये है कि इहदे च ना लिस्टां जारी कीतियां जांदियां 7वें शेड्यूल दे विच, तां ये क्वेश्चन आ रहे हैं भी फलानी लिस्ट है जी काहदे च आएगी, फलानी लिस्ट काहदे च आएगी। हुण इत्थे आ गई ना अगली लिस्ट, फॉरन ज्यूरीडिक्शन है जी, वो जिहड़ा अधिकार है फॉरन ज्यूरीडिक्शन का, ठीक है, वो लिस्ट किया जाएगा। हुण देखो फॉरन की गल हो रही है तो स्टेट तो गल करेगी नहीं, सेंटर गल करेगा ना, तां आ गया लोक सभा मतलब यूनीयन आ गया, ठीक है, यूनीयन आ गया। देर आर टोटल डैश पार्लीमेंटरी सीट, मतलब लोक सभा दियां हुण तुसीं सीट दसनी है वैस्ट बंगाल दियां, तो जिहड़ियां लोक सभा दियां सीट्स है वैस्ट बंगाल दियां लोक सभा सीट्स है जिहड़ियां, वो है जिहड़ियां 42 है, ठीक है। बड़े इंपोर्टेंट पॉइंट है जी, ये पंजाब दे विच, पंजाब दे पेपरां दे विच और बहुत सारे अदर पेपर्स दे विच भी ये कवर होए, इन्हां नूं जिहड़े चंगी तरह याद कर लिओ। बैटिंग एंड गैंबलिंग इज़ लिस्टड इन डैश लिस्ट, ठीक है। फिर वही गल 7th शेड्यूल आ गया, क्योंकि सारी लिस्ट उहदे विच है, तो मेरा मेन परपज़ ये है भी तुहानूं क्वेश्चनस की डैप्थ तक लैके जाना है। तो बैटिंग एंड गैंबलिंग है जिहड़ा वो किहड़ी लिस्ट दे विच आएगा, तो अपना आंसर आएगा सर वो स्टेट लिस्ट दे विच आएगा। नैक्सट है डैश इज़ इशूड वैन द कोर्ट फाइंड दैट ए पर्टिकुलर ऑफिस होल्डर इज़ नॉट डूइंग लीगल ड्यूटी, ठीक है। तो किहड़ी रिट है जिहड़ी वो इशू की जाएगी, अगेन रिट 5 तरह की रिट है, आर्टिकल नंबर 32 दे विच है, ठीक है। 32 नंबर दे विच आपां सुप्रीम कोर्ट दे विच जाके अपील कर सकते हैं, ठीक है, और ये फंडामेंटल राइट का एक पार्ट है। तो कहता किहड़ी रिट है, तो जिहड़ा 59 क्वेश्चन है जी, इहदा आंसर है बी मैंडामस। मैंडामस एक अजिही रिट है जिहदे विच कोर्ट नूं अगर ये फाइंड आउट हुंदा है कि कोई जिहड़ा परसन है, कोई जिहड़ा कोई आपदी लीगल ड्यूटी है जिहड़ी वो प्रॉपर नहीं निभा रहा, तो वो जाके इस दे रिगार्डिंग है जिहड़ी वो अपील कर सकता है, ठीक है जी, डन। नैक्सट देखो, तो परसन है जिहड़ा वो अपील करेगा, फिर कोर्ट है जिहड़ी वो रिट इशू कर देगी, यह सिस्टम है। मतलब सारा पॉइंट ध्यान नाल समझ लो भी कोर्ट ने रिट इशू की, किंदे ते इशू की भी, किसी परसन ने अपील की, किसी अथॉरिटी ने जाके क्या भी इस तरीके नाल काम है जिहड़ा सही नहीं हो रहा, तो जारी कौन करेगी, कोर्ट करेगी। तो मैं कह रहा भी कोई भी परसन है जिहड़ा पहला कोई तो बंदा अपील करूगा ना, कोई तो दसूगा। नैक्सट है पॉपूलेशन कंट्रोल एंड फैमिली, ये किहड़ी लिस्ट दे विच आएगा, पॉपूलेशन कंट्रोल एंड फैमिली, ये अगेन कॉन्करेंट लिस्ट है क्योंकि ये साझा काम है, ठीक है। नैक्सट है राज्य सभा दियां हुण कहना पार्लीमेंटरी सीट कितनी है, तो राज्य सभा दियां जिहड़ियां पार्लीमेंटरी सीट है वो 10 है। सेंटर ब्यूरो ऑफ इंटैलीजेंस ये किहड़ी लिस्ट दे विच है, तो सेंट्रल ब्यूरो ऑफ इंटैलीजेंस, ठीक है। सेंट्रल ब्यूरो ऑफ इंटैलीजेंस है जिहड़ा वो यूनीयन लिस्ट दे विच है, मतलब ये अधिकार जिहड़ा इंटैलीजेंस का अधिकार सिर्फ सेंटर दे कोल है, ठीक है। नैक्सट है डैश कैन गिव द यूनीयन पार्लीमेंट पावर टू मेक लॉ ऑन मैटर इंक्लूडिड इन द स्टेट लिस्ट, कहंदा डैश कैन गिव यूनीयन पार्लीमेंट पावर, बई किहड़ी मिनिस्टर जिहड़े किस कोल पावर है, डैश कैन गिव कहंदा किहड़ा दे सकदा, सॉरी किहड़ा दे सकदा है, डैश कैन गिव द यूनीयन पार्लीमेंट पावर टू मेक लाज ऑन मैटर इनकलूडिड इन द स्टेट लिस्ट, ठीक है जी। तो तुसीं मैनूं आंसर देना, जल्दी इहदा आंसर दसो कमेंट बॉक्स दे विच करके, मैं 2 सैकेंड दे लई तुहाडी वेट करदा। तो जो इहदा करैक्ट आंसर है जी राज्य सभा। नैक्सट है देर आर टोटल पार्लीमेंट डैश पार्लीमेंटरी सीट लोक सभा इन उत्तराखंड, जिसका पुराना नाम उत्तरांचल भी सी, भी उत्तराखंड दे विच पार्लीमेंटरी सीट्स है जिहड़ियां वो कितनियां, तो अपना आंसर आएगा लोक सभा दियां उत्तराखंड दे विच जिहड़ियां सीट्स है वो 5 है। नैक्सट नेवल मिलटरी एंड एयर फोर्स वर्क इज़ लिस्टिड, ये हुण किंदे च होणगे, तो बड़ा कॉमन जिहा क्वेश्चन है जी। जदों भी गल आ जाएगी ना देश की सुरक्षा की, देश की मतलब सेंटर की गल आ जाएगी, तो यूनीयन लिस्ट च होणगे, उन्होंने सोचण की लोड़ ही नहीं। कुछ अजिहे मुद्दे होणगे जिहड़े सांझे होणगे वो कॉन्करेंट होणगे, और कुछ अजिहे मुद्दे होणगे जिहड़े सिर्फ स्टेट दे होणगे, तो तुसीं स्टेट टिक कर दिओ। नैक्सट है क्वेश्चन नंबर 66 डैश अमेंड्स द कॉन्स्टिट्यूशन,
ਮਿਲਟਰੀ ਆਫ ਡਿਫੈਂਸ ਅਮੈਂਡ ਕਰਦਾ ਕੌਨਸਟੀਟਿਊਸ਼ਨ ਨੂੰ। ਤਾਂ ਤੁਸੀਂ ਸੋਚੋ ਮਿਲਟਰੀ ਆਫ ਡਿਫੈਂਸ ਦਾ ਕੰਮ ਹੋਏਗਾ ਕੌਨਸਟੀਟਿਊਸ਼ਨ ਨੂੰ ਅਮੈਂਡ ਕਰਨ ਦਾ? ਨਹੀਂ ਨਾ। ਤਾਂ ਕਿਹਦਾ ਹੋਏਗਾ? ਪਾਰਲੀਮੈਂਟਰੀ ਦਾ ਹੋਏਗਾ। ਬਸ ਆਨਸਰ ਲਾਓ। ਨੈਕਸਟ ਹੈ ਡੈਸ਼ ਇਲੈਕਟ ਦਾ ਪ੍ਰੈਜ਼ੀਡੈਂਟ ਐਂਡ ਦਾ ਵਾਈਸ ਪ੍ਰੈਜ਼ੀਡੈਂਟ ਐਂਡ ਰਿਮੂਵ ਜੱਜਿਸ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ। ਕਹਿੰਦਾ ਕੌਣ ਪ੍ਰੈਜ਼ੀਡੈਂਟ ਨੂੰ ਇਲੈਕਟ ਕਰਦਾ ਹੈ, ਵਾਈਸ ਪ੍ਰੈਜ਼ੀਡੈਂਟ ਨੂੰ ਅਤੇ ਰਿਮੂਵ ਕਰ ਸਕਦਾ ਹੈ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਸ ਨੂੰ? ਕੌਣ ਕਰ ਸਕਦਾ? ਮਿਨਿਸਟਰੀ ਆਫ ਡਿਫੈਂਸ। ਯੂ ਥਿੰਕ ਦੈਟ ਕਿ ਮਿਨਿਸਟਰੀ ਆਫ ਡਿਫੈਂਸ ਦਾ ਆਨਸਰ ਹੋ ਸਕਦਾ? ਨਹੀਂ ਨਾ। ਮਿਨਿਸਟਰੀ ਆਫ ਡਿਫੈਂਸ ਦਾ ਤਾਂ ਇਹਦੇ 'ਚ ਰੋਲ ਹੀ ਨਹੀਂ। ਪ੍ਰਾਈਮ ਮਿਨਿਸਟਰ ਆਫਿਸ ਦਾ ਕੋਈ ਰੋਲ ਹੋਏਗਾ? PMO's ਆਫਿਸ ਦਾ, ਜਿਹਨੂੰ ਆਪਾਂ PMO ਵੀ ਕਹਿ ਦਿੰਦੇ, ਨਹੀਂ ਹੁੰਦਾ ਨਾ। ਤਾਂ ਵੀ ਗਲਤ। ਸਿਕਿਉਰਿਟੀ ਐਕਸਚੇਂਜ ਬੋਰਡ ਉਹਨੇ ਕਰਨਾ। ਰਹਿ ਕੌਣ ਗਿਆ? ਲੋਕ ਸਭਾ। ਬਸ ਸਿੰਪਲ ਆਨਸਰ ਆ ਗਿਆ। ਮਤਲਬ ਕੀ ਹੈ ਗਾਈਜ਼, ਇੱਕ ਗੱਲ ਹੋਰ ਯਾਦ ਰੱਖਾਂ, ਜਦੋਂ ਵੀ ਤੁਸੀਂ ਕੁਐਸਚਨ ਨੂੰ ਅਟੈਂਪਟ ਕਰਨਾ ਹੈ ਨਾ, ਤੁਸੀਂ ਆਪਦਾ ਕੁਇਕਲੀ ਤੁਹਾਡੇ ਆਨਸਰ ਹੋਣੇ ਚਾਹੀਦੇ ਹੈ। ਮਤਲਬ ਤੁਸੀਂ ਬਿਯੋਂਡ ਦੀ ਲਿਮਿਟ ਸੋਚ ਕੇ ਚੱਲਣਾ, ਐ ਨਹੀਂ ਵੀ ਸਿਰਫ ਇੱਕ ਪੁਆਇੰਟ 'ਤੇ ਸਟਿਕ ਹੋ ਕੇ। ਨਹੀਂ, ਤੁਸੀਂ ਆਰਾਮ ਨਾਲ ਬਿਯੋਂਡ ਦੀ ਲਿਮਿਟ ਸੋਚ ਕੇ ਚੱਲੋ, ਤੁਹਾਡੇ ਕੁਇਕਲੀ ਆਪਣੇ ਆਪ ਹੀ ਆਨਸਰ ਆਉਣਗੇ। ਨੈਕਸਟ ਦੇਖੋ, ਵਿਚ ਆਫ ਦ ਫੋਲੋਇੰਗ ਆਰਟੀਕਲਸ ਕੈਨ ਨੋਟ ਬੀ ਸਸਪੈਂਡਿਡ ਈਵਨ ਡਿਊਰਿੰਗ ਦ ਐਮਰਜੈਂਸੀ। ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਕਿਹੜਾ ਆਰਟੀਕਲ ਹੈ ਜਿਹੜਾ ਉਹ ਸਸਪੈਂਡ ਨਹੀਂ ਹੋ ਸਕਦਾ? ਤਾਂ ਆਰਟੀਕਲ ਨੰਬਰ 20 ਅਤੇ 21 ਜਿਹੜਾ ਕਿ ਫੰਡਾਮੈਂਟਲ ਰਾਈਟ ਦਾ ਟਾਈਪ ਇੱਕ ਪਾਰਟ ਹੈ ਫੰਡਾਮੈਂਟਲ ਰਾਈਟ ਦਾ, ਉਹ ਸਸਪੈਂਡ ਨਹੀਂ ਹੋ ਸਕਦਾ। ਨੈਕਸਟ ਕੁਐਸਚਨ ਹੈ, ਹਾਊ ਮੈਨੀ ਫੰਡਾਮੈਂਟਲ ਰਾਈਟਸ ਆਰ ਮੈਂਸ਼ਨ ਇਨ ਦ ਕੌਨਸਟੀਟਿਊਸ਼ਨ? ਰਿਮੈਂਬਰ ਦੈਟ ਓਰੀਜਨਲੀ ਦੇਰ ਆਰ 7 ਫੰਡਾਮੈਂਟਲ ਰਾਈਟ ਇਨ ਦ ਇੰਡੀਅਨ ਕੌਨਸਟੀਟਿਊਸ਼ਨ, ਬਟ ਐਟ ਦ ਟਾਈਮ ਆਫ 44th amendment 1978 right to property is no longer the fundamental right, it becomes the legal right। ਤਾਂ ਓਰੀਜਨਲੀ ਆਪਣੇ ਕੋਲ 6 ਫੰਡਾਮੈਂਟਲ ਰਾਈਟ ਹੈ। ਠੀਕ ਹੈ ਜੀ, ਓਕੇ ਹੈ ਜੀ, ਡਨ। ਦੇਖੋ ਇਹ ਤਾਂ ਹੀ ਚੀਜ਼ਾਂ ਯਾਦ ਹੋਣਗੀਆਂ ਜੇ ਵਾਰ-ਵਾਰ ਤੁਸੀਂ ਇਹਨੂੰ ਪੜ੍ਹੋਗੇ, ਵਾਰ-ਵਾਰ ਇਹਦੀ ਪ੍ਰੈਕਟਿਸ ਕਰੋਗੇ। ਲੈਟਸ ਸੇ ਕਿ ਜਿਹੜਾ ਬੰਦਾ ਜਸਟ ਬਿਗਨਰ ਹੈ ਉਹ ਇਹ ਸੋਚੇ ਕਿ ਮੈਨੂੰ ਸਾਰੀਆਂ ਚੀਜ਼ਾਂ ਯਾਦ ਹੋਣਗੀਆਂ, ਤਾਂ ਇਟ ਇਜ਼ ਨੋਟ ਪੋਸੀਬਲ। ਫਸਟ ਆਫ ਆਲ ਤੁਹਾਨੂੰ ਪੋਲਿਟੀ ਦੇ ਜਿਹੜੇ ਕੁਝ ਕੰਸੈਪਟ ਹੈ ਬੇਸਿਕ ਉਹ ਕਰਨੇ ਪੈਣਗੇ। ਠੀਕ ਹੈ, ਤਾਂ ਨੈਕਸਟ ਕੁਐਸਚਨ ਵੱਲ ਆਪਾਂ ਮੂਵ ਕਰਦੇ ਹਾਂ। ਵਿਚ ਪਾਰਲੀਮੈਂਟਰੀ ਕਮੇਟੀ ਇਨ ਇੰਡੀਆ ਇਜ਼ ਨੋਰਮਲੀ ਚੇਅਰਡ ਬਾਏ ਏ ਪ੍ਰੋਮੀਨੈਂਟ ਮੈਂਬਰ ਆਫ ਦ ਓਪੋਜੀਸ਼ਨ। ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਕੀ ਹੈ ਵੀ ਇਹਨਾਂ 'ਚੋਂ ਕਹਿੰਦਾ ਕਿਹੜੀ ਕਮੇਟੀ ਹੈ ਜਿਹਦੇ ਵਿੱਚ ਹੁੰਦਾ ਕੀ ਸੀ? ਇਹਦੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਸਮਝਾਉਣਾ। ਆਨਸਰ ਸੁਣ ਲਓ ਪਹਿਲਾਂ। ਪਬਲਿਕ ਅਕਾਊਂਟ ਕਮੇਟੀ, ਜਿੰਦਾ PAC ਕਹਿ ਦਿੰਦੇ ਆ, ਪਬਲਿਕ ਅਕਾਊਂਟ ਕਮੇਟੀ। ਠੀਕ ਹੈ, ਪਹਿਲਾਂ ਕੀ ਹੁੰਦਾ ਸੀ? ਪਬਲਿਕ ਅਕਾਊਂਟ ਕਮੇਟੀ ਦਾ ਜਿਹੜਾ ਹੈੱਡ ਹੈ ਉਹ ਜਿਹੜੀ ਪਾਰਟੀ ਬਣੀ ਹੈ ਸਿਰਫ ਹੁੰਦਾ ਹੀ ਹੁੰਦਾ ਸੀ, ਲੇਕਿਨ ਲੇਟਰ ਔਨ ਕੀ ਡਿਸਾਈਡ ਕੀਤਾ ਗਿਆ ਕਿ ਪਬਲਿਕ ਅਕਾਊਂਟ ਕਮੇਟੀ ਦਾ ਜਿਹੜਾ ਹੈੱਡ ਹੈ ਉਹ ਹਮੇਸ਼ਾ ਓਪੋਜੀਸ਼ਨ ਦਾ ਮੈਂਬਰ ਹੋਏਗਾ। ਦ ਪ੍ਰੈਜ਼ੀਡੈਂਟ ਕੈਨ ਡਿਸਮਿਸ ਏ ਮੈਂਬਰ ਆਫ ਦ ਕੌਂਸਲ ਆਫ ਮਿਨਿਸਟਰ। ਪ੍ਰੈਜ਼ੀਡੈਂਟ ਹੈ ਜਿਹੜਾ ਕੈਨ ਡਿਸਮਿਸ ਏ ਮੈਂਬਰ ਆਫ ਦ ਕੌਂਸਲ ਵਿਦ ਦ ਕੰਸੈਂਟ ਆਫ ਸਪੀਕਰ। ਕਿ ਉਹ ਸਪੀਕਰ ਦੇ ਕੰਸੈਂਟ ਨਾਲ ਕਰੇਗਾ? ਨੋ, ਸਪੀਕਰ ਦਾ ਉਹਨੇ ਕੰਸੈਂਟ ਕੀ ਕਰਨਾ ਹੈ? ਠੀਕ ਹੈ, ਓਨਲੀ ਅੰਡਰ ਐਮਰਜੈਂਸੀ ਕੰਡੀਸ਼ਨ। ਐਮਰਜੈਂਸੀ 'ਚ ਵਿਚਾਰਾ ਮਿਨਿਸਟਰ ਕਿਉਂ ਡਿਸਮਿਸ ਹੋ ਜਾਏਗਾ ਜੀ? ਨੈਕਸਟ ਆ ਔਨ ਦਾ ਰਿਕਮੈਂਡੇਸ਼ਨ ਆਫ ਪ੍ਰਾਈਮ ਮਿਨਿਸਟਰ, ਦੈਟ ਇਜ਼ ਦ ਰਾਈਟ ਆਨਸਰ। ਵੀ ਅਗਰ ਪ੍ਰੈਜ਼ੀਡੈਂਟ ਨੇ ਕਿਸੇ ਬੰਦੇ ਨੂੰ ਡਿਸਮਿਸ ਕਰਨਾ ਹੈ ਤਾਂ ਉਹ ਪ੍ਰਾਈਮ ਮਿਨਿਸਟਰ ਦੀ ਰਿਕਮੈਂਡੇਸ਼ਨ 'ਤੇ ਡਿਸਮਿਸ ਕਰੇਗਾ। ਠੀਕ ਹੈ ਜੀ। ਦ ਸ਼ਾਰਦਾ ਐਕਟ ਇਜ਼ ਰਿਲੇਟਿਡ ਟੂ। ਜਿਹੜਾ ਸ਼ਾਰਦਾ ਐਕਟ ਹੈ ਉਹ ਕਿਹਦੇ ਨਾਲ ਰਿਲੇਟਿਡ ਹੈ? ਅਗੇਨ ਕੁਐਸਚਨ ਇੰਪੋਰਟੈਂਟ ਹੈ। ਸ਼ਾਰਦਾ ਐਕਟ ਹੈ ਜਿਹੜਾ ਉਹ ਚਾਈਲਡ ਮੈਰਿਜ ਦੇ ਨਾਲ ਰਿਲੇਟਿਡ ਹੈ। ਡਨ। ਨੈਕਸਟ ਦੇਖੋ, ਰਾਈਟ ਟੂ ਕੌਨਸਟੀਟਿਊਸ਼ਨ ਰੈਮਡੀਜ਼ ਕਮ ਅੰਡਰ। ਜਿਹੜਾ ਰਾਈਟ ਟੂ ਕੌਨਸਟੀਟਿਊਸ਼ਨ ਰੈਮਡੀ ਹੈ ਕਿਹਦੇ ਅੰਡਰ ਆਉਂਦਾ? ਤਾਂ ਆਰਟੀਕਲ ਨੰਬਰ 32 ਫੰਡਾਮੈਂਟਲ ਰਾਈਟ, ਜਿਹਨੂੰ ਹਾਰਟ ਐਂਡ ਸੋਲ ਆਫ ਇੰਡੀਅਨ ਕੌਨਸਟੀਟਿਊਸ਼ਨ ਕਹਿ ਦਿੰਦਾ, ਗਾਰਡੀਅਨ ਆਫ ਇੰਡੀਅਨ ਕੌਨਸਟੀਟਿਊਸ਼ਨ ਕਹਿ ਦਿੰਦੇ ਆ। ਤਾਂ ਉਹ ਕਿਹਦੇ ਅੰਡਰ ਆਏਗਾ? ਉਹ ਆਨਸਰ ਆਏਗਾ ਜੀ ਫੰਡਾਮੈਂਟਲ ਰਾਈਟ ਦੇ ਅੰਡਰ। ਹੂ ਮੰਗ ਦਾ ਫੋਲੋਇੰਗ ਇਜ਼ ਨੋਟ ਅ ਮੈਂਬਰ ਆਫ ਨੈਸ਼ਨਲ ਡਿਵੈਲਪਮੈਂਟ ਕੌਂਸਲ। ਨੈਸ਼ਨਲ ਡਿਵੈਲਪਮੈਂਟ ਕੌਂਸਲ ਦਾ ਜਿਹਦਾ ਕਹਿੰਦੇ ਕਿਹੜਾ ਮੈਂਬਰ ਨਹੀਂ ਹੁੰਦਾ? ਤਾਂ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜਾ ਉਹ ਇਸ ਦਾ ਮੈਂਬਰ ਨਹੀਂ ਹੁੰਦਾ। ਅਗਰ ਬਾਕੀ ਪੁੱਛੇ ਜਾਵੇ PM ਹੈ, ਯੈਸ ਸਰ ਹੁੰਦਾ, ਮੈਂਬਰ ਆਫ ਨੀਤੀ ਆਯੋਗ ਹੁੰਦਾ, CM ਆਫ ਸਟੇਟ ਹੁੰਦਾ। ਤਾਂ ਕੁਐਸਚਨ ਕੀ ਸੀ? ਨੈਸ਼ਨਲ ਡਿਵੈਲਪਮੈਂਟ ਕੌਂਸਲ, ਜਿਹਨੂੰ NDC ਵੀ ਕਹਿ ਦਿੰਦੇ ਆ। ਇਹਨਾਂ ਦੇ ਵਿੱਚੋਂ ਕਹਿੰਦਾ ਕਿਹੜਾ ਮੈਂਬਰ ਨਹੀਂ ਹੁੰਦਾ? ਤਾਂ ਪ੍ਰੈਜ਼ੀਡੈਂਟ ਦਾ ਇਸ ਦੇ ਵਿੱਚ ਕੋਈ ਕੰਮ ਹੀ ਨਹੀਂ ਹੈਗਾ, ਤਾਂ ਪ੍ਰੈਜ਼ੀਡੈਂਟ ਇਸ ਦਾ ਮੈਂਬਰ ਨਹੀਂ ਹੁੰਦਾ। ਨੈਕਸਟ ਹੈ, ਦ ਰੈਜ਼ੀਡਿਊਰੀ ਪਾਵਰ ਆਫ ਲੈਜਿਸਲੇਸ਼ਨ ਅੰਡਰ ਦਾ ਇੰਡੀਅਨ ਕੌਨਸਟੀਟਿਊਸ਼ਨ ਰੈਸਟ ਵਿਦ। ਜਿਹੜੀ ਰੈਜ਼ੀਡਿਊਰੀ ਪਾਵਰ ਹੈ ਉਹ ਕਿੰਨੇ ਅੰਡਰ ਹੈ? ਸਿੰਪਲ ਜਿਹਾ ਕੁਐਸਚਨ ਹੈ ਵੀ ਉਹ ਕਿੰਨੇ ਅੰਡਰ ਹੈ। ਤਾਂ ਤੁਹਾਡਾ ਆਨਸਰ ਆਏਗਾ ਜੀ, ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ, ਮੈਂ 5 ਸੈਕਿੰਡ ਲਈ ਵੇਟ ਕਰਦਾ। ਜਿਹੜਾ ਆਨਸਰ ਆਏਗਾ ਉਹ ਆਏਗਾ, ਆਈ ਹੋਪ ਕਿ ਤੁਸੀਂ ਦੱਸਤਾ ਹੋਏਗਾ, ਪਾਰਲੀਮੈਂਟ। ਨੈਕਸਟ 76 ਨੰਬਰ ਕੁਐਸਚਨ ਹੈ ਜੀ। 75 ਆਪਾਂ ਕਵਰ ਕਰ ਚੁੱਕੇ ਹਾਂ। ਹੂ ਇਜ਼ ਦਾ ਫਾਈਨਲ ਅਥੋਰਿਟੀ ਫੋਰ ਇੰਟਰਪ੍ਰੇਟਿੰਗ ਦਾ ਇੰਡੀਅਨ ਕੌਨਸਟੀਟਿਊਸ਼ਨ? ਇੰਟਰਪ੍ਰੇਟ ਕਰਨ ਦੀ ਫਾਈਨਲ ਅਥੋਰਿਟੀ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਕਿਸ ਦੀ ਹੈ? ਤਾਂ ਫਾਈਨਲ ਅਥੋਰਿਟੀ ਹੈ ਜਿਹੜੀ ਉਹ ਸੁਪਰੀਮ ਕੋਰਟ ਦੀ ਹੈ। ਨੈਕਸਟ, ਅਪੁਆਇੰਟਮੈਂਟ ਫੋਰ ਆਲ ਇੰਡੀਆ ਸਰਵਿਸਿਜ਼ ਆਰ ਮੇਡ ਬਾਏ। ਆਲ ਇੰਡੀਆ ਸਰਵਿਸਿਜ਼ ਦੇ ਵਿੱਚ
ਜਿਹੜੀ ਅਪॉइंटमेंट है वो किंदे द्वारा की जाती है, तो वह है जी प्रेजिडेंट के द्वारा, जिन्होंने आप हैड ऑफ स्टेट भी कह देंगे। नेम द फर्स्ट जज ऑफ सुप्रीम कोर्ट अगेंस्ट विच द प्रपोजल ऑफ इंपीचमेंट वाज प्रेजेंटेड इन पार्लीमेंट ऑफ इंडिपेंडेंट इंडिया। बड़ा वधिया क्वेश्चन है। कहते पहला जज दसो जेड़ा जिंदे अगेंस्ट इंपीचमेंट का प्रोसैस है जोड़ा पार्लीमेंट च आया हो, तो आंसर आएगा जस्टिस राम स्वामी। राम स्वामी आंसर है जी करैक्ट। ठीक है, आर्टिकल की सी आप कवर कर चुके हैं, आर्टिकल नंबर 61 के अंडर है जोड़ा प्रेजिडेंट है जोड़ा वो इंपीच किया जा सकता है। ठीक है, नैक्सट सॉरी मैं थोड़ा गलत बोल गया जी। क्वेश्चन ये सी फस्ट जज, तो इत्थे जोड़ा आर्टिकल नंबर 61 नहीं करैक्ट है। 61 तो जोड़ा वो प्रेजिडेंट के नाल है, तो मैं थोड़ा गलत बोल गया सी। सुप्रीम कोर्ट के जज की गल हो रही है, तो आंसर तो सही है, जस्टिस रामा स्वामी है। जो 61 नंबर आर्टिकल है वो सिर्फ प्रेजिडेंट के लिए है। ठीक है, प्रेजिडेंट की इंपीचमेंट के लिए है। नैक्सट देखो, इन मार्च 2019 सोशल मीडिया प्लेटफॉर्म्स एंड इन मार्च 2019 सोशल मीडिया प्लेटफॉर्म्स एंड इंटरनेट एंड मोबाइल एसोसिएशन ऑफ इंडिया इंट्रोड्यूस डैश टू इलैक्शन कमीशन ऑफ इंडिया फॉर जनरल इलैक्शन 2019। हाँ जी, मार्च 2019 के कहता सोशल मीडिया प्लेटफॉर्म एंड इंटरनेट एंड मोबाइल एसोसिएशन ऑफ इंडिया जिन्होंने IAMI इंट्रोड्यूस डैश टू द इलैक्शन कमीशन। ठीक है, तो की उन्होंने इलैक्शन कमीशन नूं दिता सी, की दिता सी? वॉलंटरी कोड ऑफ कंडक्ट। ठीक है, लिस्ट ऑफ जॉब टू बी डन, पोलिंग लिस्ट सेंटर। तो तुहाडा आंसर आएगा जो वो आएगा जी फस्ट वॉलंटरी कोड ऑफ कंडक्ट। नैक्सट ये आएगा जी इनका आंसर। ठीक है, विच ऑफ द फॉलोइंग आर्टिकल ऑफ द कॉन्स्टिट्यूशन ऑफ इंडिया इज रिलेटेड टू द यूनीफॉर्म सिविल कोड UCC जिन्होंं आप कह दें आर्टिकल 42 मोस्ट इंपोर्टेंट है आर्टिकल 42। नेम द फस्ट फीमेल PM ऑफ द वर्ल्ड, रिमेंबर दैट। इत्थे क्वेश्चन है पहली PM दुनिया की फस्ट PM जी लेडी होवे जी वो तुसीं दसना है। तो फस्ट PM है जी सिरिमवो बांद्रा निक्कई, जी ऑप्शन नंबर B है जी वो थोड़ी करैक्ट आएगी। ठीक है जी, नैक्सट क्वेश्चन वाला आप मूव करते हैं। ठीक है, हाँ जी, नैक्सट जो अपने को 80 सैकेंड जोड़ा क्वेश्चन है 80 सैकेंड क्वेश्चन की कह रहा द आइडिया ऑफ रेजिडुअल पावर इन इंडियन कॉन्स्टिट्यूशन इज ड्राइव्ड फ्रॉम डैश कॉन्स्टिट्यूशन। जी रेजिडुअल पावर है जी इंडियन कॉन्स्टिट्यूशन के आप लैके आए हैं वो आप किहड़े कॉन्स्टिट्यूशन तो लई है, तो आप कैनेडियन कॉन्स्टिट्यूशन तो लई है। नैक्सट क्वेश्चन है 83 इन द ईयर 1978 द डैश अमेंडमेंट इलिमिनेटेड द राइट टू एक्वायर होल्ड एंड डिस्पोज ऑफ प्रॉपर्टी। हुण देखो प्रॉपर्टी की गल आ गई, तो मैं जो तुहानूं पहलां दस चुका इस चीज़ बारे भी जो भी प्रॉपर्टी की गल आएगी प्रॉपर्टी दे नूं आपां इस राइट नूं एलिमिनेट करके आपां की कीता सी, इहनूं की बनाता सी, लीगल राइट बनाता सी। कदों आया सी? 44th अमेंडमेंट 1978 दे विच। तो उन्हें यही तो क्वेश्चन पूछा भी 1978 की किहड़ी अमेंडमेंट सी जो राइट टू प्रॉपर्टी नूं लीगल राइट का दर्जा मिल गया सी, तो किहड़ी अमेंडमेंट सी? 44th अमेंडमेंट। ठीक है, नैक्सट इन विच पार्ट ऑफ इंडियन कॉन्स्टिट्यूशन आर सेंटर स्टेट रिलेशनशिप मैंशनड। हुणे पार्ट नंबर किहड़ा जी? पार्ट नंबर किहड़ा मैनूं तुसीं कमेंट दे विच इहदा आंसर दो। इसका आंसर आएगा पार्ट नंबर 11। इनू मैं तुहानूं याद करा देना। देखो जो भी आपां गल करते हैं 11 की, तो 11 के लिए आपां 11 लिखिया, इनू तुसीं एक CD बना दो, पौड़ी बना दो। इत्थे उपर लिख दो सेंटर, नीचे लिख दो स्टेट, तो सेंटर तो स्टेट का जो रिलेशन है किवें बन गया? 11 नंबर पार्ट के नाल बन गया। ठीक है जी, नैक्सट देखो विच ऑफ द फॉलोइंग आर्टिकल प्रमोट द इक्वल जस्टिस एंड फ्री लीगल एड फॉर ऑल द सिटीजन। कहता किहड़ा आर्टिकल है जिहड़ा सब दे लई इक्वल जस्टिस ते फ्री लीगल एड के बारे गल करता है? तो आर्टिकल नंबर 39A है जिहड़ा इसकी वेरीफिकेशन दिंदा है। नैक्सट 86 नंबर क्वेश्चन है आर्टिकल डैश ऑफ द इंडियन कॉन्स्टिट्यूशन gives the election commission the power supervise election to the parliament and state legislative। कहना इलैक्शन कमीशन की पावर है किहड़े आर्टिकल के नंबर पावर है भी वो जो इलैक्शन को कंडक्ट कराउंदा है कित्थे? एक तो पार्लीमेंट के इलैक्शन, एक स्टेट लैजिसलेटिव के, मतलब जो MP के इलैक्शन होंगे है तो MLA के जो इलैक्शन होंगे, मतलब इन्हां जिहड़ी सारी पावर है
ਇਲੈਕਸ਼ਨ ਕਮਿਸ਼ਨ ਦੀ ਉਹ ਕਿਹੜੇ ਆਰਟੀਕਲ ਦੇ ਨੰਬਰ ਆ ਰਹੀ ਹੈ, ਤਾਂ ਆਰਟੀਕਲ ਨੰਬਰ 324 ਦੇ। ਠੀਕ ਹੈ ਜੀ। ਦ ਮੈਕਸੀਮਮ ਨੰਬਰ ਆਫ ਨੋਮੀਨੇਟਿਡ ਮੈਂਬਰ ਆਫ ਲੋਕ ਸਭਾ ਜਿਹੜੇ ਹੋ ਸਕਦੇ ਆ ਉਹ 2 ਮੈਂਬਰ ਹੈ ਜਿਹੜੇ ਕਿ ਐਂਗਲੋ ਇੰਡੀਅਨ ਹੈ, ਔਰ ਜਿਹੜੇ ਐਂਗਲੋ ਇੰਡੀਅਨ ਉਹ 104 ਨੰਬਰ ਅਮੈਂਡਮੈਂਟ ਤੋਂ ਬੰਦ ਕਰ ਦਿੱਤੇ ਗਏ ਆ ਵੈਸੇ ਤਾਂ, ਬਟ ਅਗਰ ਉਹਨਾਂ ਨੇ ਕੁਐਸਚਨ ਇਹ ਪੁੱਛਿਆ ਵੀ ਹੋ ਸਕਦੇ ਆ ਨੋਮੀਨੇਟ 'ਚ ਮੈਕਸੀਮਮ, ਤਾਂ ਉਹ ਸਿਰਫ 2 ਹੀ ਹੋ ਸਕਦੇ ਆ। ਜਿਵੇਂ ਆਪਾਂ ਪੜ੍ਹਿਆ ਸੀ ਨਾ ਪਹਿਲਾਂ, ਰਾਜ ਸਭਾ 'ਚ 12 ਨੋਮੀਨੇਟ ਹੋ ਸਕਦੇ ਆ ਜਿਹੜੇ ਆਪਦੇ ਫੀਲਡ ਦੇ ਐਕਸਪਰਟ ਹੋਣ, ਉਵੇਂ ਲੋਕ ਸਭਾ ਦੇ ਵਿੱਚ 2 ਮੈਂਬਰ ਹੈ ਜਿਹੜੇ ਨੋਮੀਨੇਟ ਹੋ ਸਕਦੇ ਆ। ਠੀਕ ਹੈ ਜੀ। ਨੈਕਸਟ ਹੈ 88 ਨੰਬਰ ਕੁਐਸਚਨ, ਹੂ ਡਿਸਾਈਡ ਔਨ ਦਾ ਇਸ਼ੂ ਰਿਲੇਟਿਡ ਟੂ ਡਿਸਕੁਆਲੀਫਿਕੇਸ਼ਨ ਆਫ ਮੈਂਬਰ ਆਫ ਲੋਕ ਸਭਾ ਅੰਡਰ ਦਾ 10th ਸ਼ਡਿਊਲ। 10th ਸ਼ਡਿਊਲ ਜਿਹਨੂੰ ਆਪਾਂ ਹੁਣੇ ਯਾਦ ਕੀਤਾ ਸੀ ਐਂਟੀ ਡਿਫੈਕਸ਼ਨ ਦੇ ਲਾ ਦੇ ਨਾਲ ਰਿਲੇਟਡ, ਉਹ ਪਾਵਰ ਕਹਿੰਦਾ ਕੌਣ ਡਿਸਾਈਡ ਕਰਦਾ, ਹੂ ਡਿਸਾਈਡ ਦਾ ਇਸ਼ੂ ਰਿਲੇਟਿਡ ਟੂ ਡਿਸਕੁਆਲੀਫਿਕੇਸ਼ਨ ਆਫ ਮੈਂਬਰ ਆਫ ਲੋਕ ਸਭਾ, ਕੌਣ ਡਿਸਾਈਡ ਕੌਣ ਕਰਦਾ ਹੈ। ਤਾਂ ਜੋ ਇਸ ਦਾ ਕਰੈਕਟ ਆਨਸਰ ਹੈ, ਤੁਸੀਂ ਮੈਨੂੰ ਇਹਦਾ ਕਰੈਕਟ ਆਨਸਰ ਹੈ ਜਿਹੜਾ ਕਮੈਂਟ ਬਾਕਸ ਦੇ ਵਿੱਚ ਕਰੋ, ਕੀ ਇਹਦਾ ਆਨਸਰ ਪ੍ਰਾਈਮ ਮਿਨਿਸਟਰ ਆਏਗਾ ਜਾਂ ਇਸ ਦਾ ਆਨਸਰ ਪ੍ਰੈਜ਼ੀਡੈਂਟ ਆਏਗਾ। ਤਾਂ ਜੋ ਇਸ ਦਾ ਕਰੈਕਟ ਆਨਸਰ ਹੈ ਕੀ ਆਏਗਾ ਇਹਦਾ, ਦੇਖੋ ਗੱਲ ਲੋਕ ਸਭਾ ਦੀ ਹੋ ਰਹੀ ਹੈ ਤਾਂ ਲੋਕ ਸਭਾ ਦਾ ਹੈੱਡ ਕੌਣ ਹੁੰਦਾ, ਸਪੀਕਰ ਹੁੰਦਾ, ਤਾਂ ਜਿਹਦਾ ਕਰੈਕਟ ਆਨਸਰ ਆਏਗਾ ਉਹ ਵੀ ਕੀ ਆਏਗਾ, ਸਪੀਕਰ ਆਏਗਾ। ਨੈਕਸਟ ਹੈ, ਉਹਨੇ ਪੁੱਛਿਆ ਵੀ ਜਿਹੜੇ ਇਲੈਕਟਿਡ ਰਿਪਰੈਜ਼ੈਂਟੇਟਿਵ ਹੁੰਦੇ ਆ ਗ੍ਰਾਮ ਪੰਚਾਇਤ ਦੇ, ਉਹਨਾਂ ਦਾ ਟਾਈਮ ਪੀਰੀਅਡ ਕੀ ਹੁੰਦਾ ਹੈ, ਤਾਂ ਉਹਨਾਂ ਦਾ ਟਾਈਮ ਪੀਰੀਅਡ ਹੈ ਜਿਹੜਾ ਉਹ 5 ਸਾਲ ਦੇ ਲਈ ਹੁੰਦਾ। ਗ੍ਰਾਮ ਪੰਚਾਇਤ ਦੇ ਜਿਹੜੇ ਇਲੈਕਟਿਡ ਮੈਂਬਰਸ ਹੈ ਉਹਨਾਂ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ 5 ਸਾਲ ਦੇ ਲਈ ਹੁੰਦਾ। ਨੈਕਸਟ ਹੈ ਕੁਐਸਚਨ ਨੰਬਰ 90, ਵਿਚ ਆਰਟੀਕਲ ਆਫ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਟੋਕ ਅਬਾਊਟ ਦਾ ਪ੍ਰੋਵੀਜ਼ਨ ਫॉर ਇੰਪੀਚਮੈਂਟ ਆਫ ਪ੍ਰੈਜ਼ੀਡੈਂਟ ਆਫ ਇੰਡੀਆ। ਕਿਹੜਾ ਆਰਟੀਕਲ ਹੈ ਜਿਹੜਾ ਜਿਹੜੇ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਦੇ ਬਾਰੇ ਗੱਲ ਕਰਦਾ ਹੈ, ਤੇ ਆਰਟੀਕਲ ਨੰਬਰ, ਹਾਂਜੀ ਆਰਟੀਕਲ ਨੰਬਰ 61। ਨੈਕਸਟ ਹੈ, ਦ ਕੌਨਸਟੀਟਿਊਸ਼ਨ ਆਫ ਇੰਡੀਆ ਫਸਟ ਟਾਈਮ ਅਮੈਂਡਿਡ ਇਨ ਵਿਚ ਈਅਰ। ਜਿਹੜਾ ਭਾਰਤੀ ਕੌਨਸਟੀਟਿਊਸ਼ਨ ਉਹ ਪਹਿਲੀ ਵਾਰੀ ਅਮੈਂਡ ਕਦੋਂ ਕੀਤਾ ਗਿਆ, ਮਤਲਬ ਉਹਦੀ ਸੋਧ ਕਦੋਂ ਕੀਤੀ ਗਈ। ਤਾਂ ਜੋ ਇਹਦਾ ਕਰੈਕਟ ਆਨਸਰ ਆਏਗਾ 1951। ਕੀ ਹੋਇਆ ਸੀ 1951 ਦੇ ਵਿੱਚ 9th ਸ਼ਡਿਊਲ ਐਡ ਕੀਤਾ ਗਿਆ ਸੀ। 9th ਸ਼ਡਿਊਲ ਦਾ ਨਾਮ ਕੀ ਹੈ, ਲੈਂਡ ਰਿਫੋਰਮਸ ਹੈ 9th ਸ਼ਡਿਊਲ ਦਾ ਨਾਮ। ਠੀਕ ਹੈ ਜੀ। ਨੈਕਸਟ, ਵਿਚ ਆਰਟੀਕਲ ਆਫ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਪ੍ਰੋਵਾਈਡ ਦੈਟ ਦਾ ਈਚ ਇੰਡੀਅਨ ਸਟੇਟ ਵਿਲ ਹੈਵ ਏ ਗਵਰਨਰ। ਕਿਹੜਾ ਜਿਹੜਾ ਪਾਵਰ ਹੈ ਆਰਟੀਕਲ ਦੀ ਇਹ ਪ੍ਰੋਵਾਈਡ ਕਰਾਉਂਦੀ ਹੈ ਕਿ ਹਰ ਇੱਕ ਸਟੇਟ ਦਾ ਇੱਕ ਗਵਰਨਰ ਹੈ ਜਿਹੜਾ ਉਹ ਹੋਣਾ ਚਾਹੀਦਾ। ਇੱਕ ਗੱਲ ਹੋਰ ਹੈ, ਮੈਂ ਤੁਹਾਨੂੰ ਪਹਿਲਾਂ ਵੀ ਇਹ ਚੀਜ਼ ਦੱਸ ਚੁੱਕਿਆ ਇਸ ਵੀਡੀਓ ਦੇ ਵਿੱਚ ਵੀ 7th ਅਮੈਂਡਮੈਂਟ ਜਿਹੜੀ 7th ਅਮੈਂਡਮੈਂਟ ਹੈ ਜਿਹੜੀ ਕਦੋਂ ਹੋਈ ਹੈ, 7th ਅਮੈਂਡਮੈਂਟ ਹੋਈ ਕਦੋਂ ਹੈ 1978 ਦੇ ਵਿੱਚ, 1956 ਦੇ ਵਿੱਚ ਹੋਈ ਹੈ 7th ਅਮੈਂਡਮੈਂਟ। 7th ਅਮੈਂਡਮੈਂਟ 1956 ਦੇ ਵਿੱਚ ਇਹ ਗੱਲ ਕਹਿੰਦੀ ਹੈ ਕਿ ਇੱਕ ਸਟੇਟ ਦੇ ਆ ਜਿਹੜੇ 2 ਸਟੇਟ ਦਾ ਇੱਕ ਗਵਰਨਰ ਹੋ ਸਕਦਾ ਹੈ। ਤਾਂ ਇੱਥੇ ਗੱਲ ਇਹ ਹੋ ਰਹੀ ਹੈ ਕਿ ਗਵਰਨਰ ਹੈ ਜਿਹੜਾ ਉਹਨੂੰ ਹਰ ਇੱਕ ਸਟੇਟ ਦਾ ਇੱਕ ਗਵਰਨਰ ਹੋਣਾ ਜ਼ਰੂਰੀ ਹੈ। ਤਾਂ ਉਹ ਜਿਹੜਾ ਕਿਹੜੇ ਆਰਟੀਕਲ ਨੰਬਰ ਦੇ ਵਿੱਚ ਇਹਨੂੰ ਡਿਸਕ੍ਰਾਈਬ ਕੀਤਾ ਗਿਆ, ਤਾਂ ਆਰਟੀਕਲ ਨੰਬਰ 153 ਦੇ ਵਿੱਚ ਇਹਨੂੰ ਡਿਸਕ੍ਰਾਈਬ ਕੀਤਾ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ 93 ਨੰਬਰ ਕੁਐਸਚਨ ਕਹਿੰਦਾ ਕਿਹੜਾ ਹਾਊਸ ਹੈ ਜਿਹਨੂੰ ਪੋਪੂਲਰ ਚੈਂਬਰ ਵੀ ਕਿਹਾ ਜਾਂਦਾ ਹੈ, ਕਿ ਉਹ ਰਾਜ ਸਭਾ ਹੈ ਜਾਂ ਗ੍ਰਾਮ ਸਭਾ ਹੈ ਜਾਂ ਲੋਕ ਸਭਾ ਹੈ ਜਾਂ ਸਟੇਟ ਅਸੈਂਬਲੀ ਹੈ। ਦੇਖੋ ਗ੍ਰਾਮ ਸਭਾ ਤਾਂ ਹੋ ਹੀ ਨਹੀਂ ਸਕਦਾ, ਮਤਲਬ ਗ੍ਰਾਮ ਸਭਾ ਆਪਸ਼ਨ ਕੱਟਤੀ, ਰਾਜ ਸਭਾ ਵੀ ਨਹੀਂ ਹੋ ਸਕਦਾ, ਸਟੇਟ ਅਸੈਂਬਲੀ ਵੀ ਨਹੀਂ ਹੋ ਸਕਦਾ। ਜਿਹੜਾ ਕਰੈਕਟ ਆਨਸਰ ਆਏਗਾ ਉਹ ਆਏਗਾ ਲੋਕ ਸਭਾ। ਜੇ ਪੁੱਛਿਆ ਜਾਵੇ ਹਾਊਸ ਆਫ ਐਲਡਰ, ਹਾਊਸ ਆਫ ਐਲਡਰ ਕਿਹਾ ਜਾਂਦਾ ਹੈ ਰਾਜ ਸਭਾ ਨੂੰ। ਕਿਹਨੂੰ ਕਿਹਾ ਜਾਂਦਾ ਹੈ, ਰਾਜ ਸਭਾ ਨੂੰ। ਨੈਕਸਟ ਕੁਐਸਚਨ ਦੇਖੋ, ਕੁਐਸਚਨ ਨੰਬਰ 94, in India which of the following article of Indian Constitution of India provide the formation of new state। ਅਗਰ ਨਵੀਂ ਸਟੇਟ ਬਣਨੀ ਹੈ, ਪਹਿਲੀ ਗੱਲ ਆਪਾਂ ਇਹਦੇ ਬਾਰੇ ਥੋੜ੍ਹੀ ਜਿਹੀ ਡਿਟੇਲ 'ਚ ਗੱਲ ਕਰ ਲੈਂਦੇ ਹਾਂ। ਪਾਰਟ ਨੰਬਰ 1 ਕਦੋਂ ਤੋਂ ਕਦੋਂ ਤੱਕ ਹੈ, ਕਿੱਥੋਂ ਤੋਂ ਕਿੱਥੋਂ ਤੱਕ ਹੈ, 1 ਤੋਂ 4 ਤੱਕ ਹੈ। ਹੁਣ ਆਰਟੀਕਲ ਨੰਬਰ 9 ਤਾਂ ਕੈਂਸਲ ਹੀ ਹੋ ਗਿਆ, ਮਤਲਬ 9 ਤਾਂ ਛੱਡ ਦਿਓ। ਆਰਟੀਕਲ ਨੰਬਰ 1 'ਚ ਕੀ ਹੈ, ਇੰਡੀਆ ਦੈਟ ਇਜ਼ ਭਾਰਤ, ਮਤਲਬ ਇੰਡੀਆ ਦਾ ਨੇਮ ਹੈ। ਮਤਲਬ ਬਚਿਆ ਕਿਹੜਾ, ਆਰਟੀਕਲ ਨੰਬਰ 2 ਅਤੇ 3। ਹੁਣ ਜਿਹੜਾ ਇਹਦਾ ਕਰੈਕਟ ਆਨਸਰ ਆਏਗਾ ਉਹ ਆਏਗਾ D3, ਮਤਲਬ ਜਿਹੜਾ 3 ਨੰਬਰ ਆਰਟੀਕਲ ਹੈ ਜਿਹੜੇ ਇਸ ਚੀਜ਼ ਦੀ ਆਪਾਂ ਨੂੰ ਡਿਟੇਲ ਦੱਸਦਾ ਹੈ। ਨੈਕਸਟ, ਰੂਲ ਡੈਸ਼ ਆਫ ਦਾ ਰੂਲ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ ਇਨ ਲੋਕ ਸਭਾ ਡਜ਼ ਨੋਟ ਇਨਵੋਲਵ ਏ ਫੋਰਵਰਡ ਮੋਸ਼ਨ ਬਿਫੋਰ ਦਾ ਪਾਰਲੀਮੈਂਟ ਹਾਊਸ, ਹੈਂਸ ਨੋ ਵੋਟਿੰਗ ਕੈਨ ਟੇਕ ਪਲੇਸ ਆਫਟਰ ਦਾ ਡਿਸਕਸ਼ਨ ਨੋ ਮੈਟਰ ਅੰਡਰ ਦਿਸ ਰੂਲ। ਤਾਂ ਉਹ ਰੂਲ ਨੰਬਰ ਤੁਸੀਂ ਦੱਸਣਾ ਵੀ ਕੀ ਉਹ ਰੂਲ ਨੰਬਰ 158, 186, 193, 149। ਤਾਂ ਜੋ ਇਸ ਦਾ ਕਰੈਕਟ ਆਨਸਰ ਆਏਗਾ ਜੀ 95 ਦਾ, ਉਹ ਕਰੈਕਟ ਆਨਸਰ ਆਏਗਾ C, ਮਤਲਬ 193 ਹੈ। ਇਹ ਤਾਂ ਸੀ ਜੀ ਟੋਪ 95 ਕੁਐਸਚਨ ਹੈ ਜਿਹੜੇ ਇੰਡੀਅਨ ਪੋਲਿਟੀ ਦੇ। ਹੁਣ 2 ਕੁਐਸਚਨ ਅਜੇ ਹੈ ਜਿਹੜਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਸ ਦਾ ਆਨਸਰ ਦੱਸੋਗੇ। ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਜੇ ਚਾਹੋ ਤਾਂ। ਕੁਐਸਚਨ ਨੰਬਰ 96, ਮੈਂ ਤੁਹਾਨੂੰ 20 ਸੈਕਿੰਡਸ ਦਾ ਟਾਈਮ ਦਿੰਦਾ। 96 ਕੁਐਸਚਨ ਨੰਬਰ ਹੈ। ਇਸ ਤੋਂ ਬਾਅਦ ਮੈਂ 97 ਸ਼ੋ ਕਰ ਦੂੰਗਾ।
96 ਨੰਬਰ क्वेश्चन है इन द कंटैक्सट ऑफ इंडियन पार्लीमेंट वट इज़ 0R। तो 0R ਦੇ ਬਾਰੇ ਉਹਨੇ ਪੁੱਛਿਆ, ਤੁਸੀਂ ਇਸ ਦਾ ਮੈਨੂੰ ਆਨਸਰ ਹੈ ਜੋ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਹੁਣੇ। ਔਰ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 97, who takes the final decision on whether a bill is money bill or not। ਇਹਦਾ ਫਾਈਨਲ ਡਿਸੀਜਨ ਕੌਣ ਲੈਂਦਾ, ਤੁਸੀਂ ਇਸ ਦਾ ਵੀ ਮੈਨੂੰ ਆਨਸਰ ਦੱਸੋਗੇ ਕਮੈਂਟ ਬਾਕਸ ਦੇ ਵਿੱਚ, ਠੀਕ ਹੈ ਜੀ। ਇਹ ਆਪਣੀ ਅੱਜ ਦੀ ਵੀਡੀਓ ਸੀ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਟੈਸਟ ਕਰਨਾ ਸੀ ਕਿ ਤੁਹਾਡੇ ਇਸ 95 ਦੇ ਵਿੱਚੋਂ ਕਿੰਨੇ ਕਰੈਕਟ ਹੁੰਦੇ ਆ। ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਦੇਖਣ ਦੇ ਲਈ। ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਔਰ ਆਪਣੀਆਂ ਸੁਜੈਸ਼ਨ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ। ਥੈਂਕ ਯੂ।